ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਸਵਾਗਤ ਹੈ ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 13 ਤਰੀਕ ਦਾ ਦਿਨ ਸੋਮਵਾਰ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟੈਨੀ ਜੇ ਟਿਰਕਿਆਣਾ 415-909-0503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੌਹਲ LA, ਗੁਰਮੇਲ ਬਾਸੀ ਐਲਗਰੋਵ, ਹਰਨੇਕ ਪਾਬਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਅੱਧੇ ਤੋਂ ਵੱਧ ਕਰਜ਼ਾ ਹੈ ਤੁਹਾਡਾ ਮਾਫ ਕਰਵਾ ਸਕਦੇ ਨੇ, ਕਾਲ ਕਰੋ 888-888-9914 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਸੰਪਰਕ ਕਰੋ 408-272-5200। ਜੀ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਸਾਡਾ ਅਪਡੇਟ ਅਮਰੀਕਾ ਪ੍ਰੋਗਰਾਮ ਹੁੰਦਾ ਹੈ, ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ, Facebook ਚੈਨਲ, ਟੈਲੀਫੋਨ ਰਾਹੀਂ ਤੇ ਸਾਡੇ 16 ਜਿਹੜੇ AM ਤੇ FM ਰੇਡੀਓ ਸਟੇਸ਼ਨਸ ਹੈਗੇ ਆ, ਬੇਕਰਸਫੀਲਡ ਤੋਂ ਲੈ ਕੇ ਯੂਬਾ ਸਿਟੀ ਤਾਈਂ, ਉਹਨਾਂ ਸਾਰਿਆਂ ਦੇ ਉੱਤੇ ਏਰੀਏ ਦੇ ਵਿੱਚ ਸੁਣ ਸਕਦੇ ਹੋ। ਕੀ ਕੁਝ ਦੁਨੀਆ 'ਚ ਵਾਪਰ ਰਿਹਾ, ਕੀ ਕੁਝ ਅਮਰੀਕਾ 'ਚ ਵਾਪਰ ਰਿਹਾ, ਇਹ ਆਪਾਂ ਤੁਹਾਡੇ ਨਾਲ ਸਾਰਾ ਕੁਝ ਡਿਸਕਸ ਕਰਾਂਗੇ। ਅੱਜ ਦੀਆਂ ਜਿਹੜੀਆਂ ਟੌਪ ਦੀਆਂ ਖਬਰਾਂ ਹੈਗੀਆਂ, ਪਿਛਲੇ ਹਫ਼ਤੇ ਆਪਾਂ ਕਾਲ ਦਿੱਤੀ ਸੀ ਭਈ ਜਿਹੜੇ ਭਾਰਤੀ ਅੱਤਵਾਦੀ ਜਿਹੜੇ ਗੈਂਗਸਟਰ ਹੈਗੇ ਆ, ਉਹਨਾਂ ਦੇ ਸਿਰ ਦੇ ਉੱਤੇ ਨਾਮ ਰੱਖ ਦਿੱਤੇ ਗਏ FBI ਵੱਲੋਂ ਤੇ ਆਪਣੀਆਂ ਆਰਗੇਨਾਈਜੇਸ਼ਨਸ ਸੁੱਤੀਆਂ ਪਈਆਂ। ਸੋ ਉਹਨਾਂ ਦੀ ਇੱਕ ਮੀਟਿੰਗ ਹੋਈ ਆ ਪਿਛਲੇ ਸੰਡੇ, ਉਹ ਤੁਹਾਡੇ ਨਾਲ ਜ਼ਰੂਰ ਜਿਹੜੇ ਗੁਰੂ ਘਰਾਂ ਦੀਆਂ ਕਮੇਟੀਆਂ ਦੀ ਹੋਈ ਆ, ਕੀ ਐਕਸ਼ਨ ਲੈਣ ਜਾ ਰਹੇ ਆ, ਜਿਹੜੇ ਨਹੀਂ ਹਿੱਸਾ ਲੈ ਰਹੇ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਆਪਾਂ ਹਿੱਸਾ ਲਈਏ, ਕਿਉਂਕਿ ਸਰੋਤੇ ਕਮੇਟੀਆਂ ਨੂੰ ਕਾਲ ਕਰਕੇ ਉਹ ਦੱਸ ਸਕਦੇ ਆ। ਉਹ ਸਾਰਾ ਕੁਝ ਆਪਾਂ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ। ਪਰ ਅਮਰੀਕਾ 'ਚ ਕੀ ਕੁਝ ਵਾਪਰਿਆ ਉਹ ਤੁਹਾਡੇ ਨਾਲ ਜੀ ਖਬਰਾਂ ਸਾਂਝੀਆਂ ਕਰੀਏ। ਸਭ ਤੋਂ ਜਿਹੜੀ ਮੇਨ ਖਬਰ ਆ, ਅਮਰੀਕਾ ਦੇ ਕਾਫੀ ਲੰਮੇ ਸਮੇਂ ਤੋਂ ਚੱਲੇ ਆ ਰਹੇ ਸੈਨੇਟਰ ਲਿੰਡਸੇ ਗ੍ਰਾਹਮ, ਉਹਨਾਂ ਦੀ ਅਚਾਨਕ ਪਿਛਲੇ ਵੀਕਐਂਡ ਦੇ ਦੌਰਾਨ ਮੌਤ ਹੋ ਗਈ ਹੈਗੀ ਆ। ਗ੍ਰਾਹਮ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਬਹੁਤ ਲਾਗੇ ਗਿਣੇ ਜਾਂਦੇ ਸੀ ਤੇ ਇਜ਼ਰਾਈਲ ਦੇ ਵੀ ਜਿਹੜੇ ਆ ਬਹੁਤ ਤਕੜੇ ਮਿੱਤਰ ਦੱਸੇ ਜਾਂਦੇ ਸੀ। ਕਹਿੰਦੇ ਵੀ ਨੈਟਵਰਥ ਉਹਨਾਂ ਦੀ $1.4 ਮਿਲੀਅਨ ਜਿਹੜੀ ਦੱਸੀ ਜਾ ਰਹੀ ਹੈਗੀ ਆ, ਤੇ 71 ਸਾਲਾਂ ਦੇ ਗ੍ਰਾਹਮ ਆ, ਤੇ 71 ਸਾਲਾਂ ਦੀ ਉਹਨਾਂ ਦੀ ਉਮਰ ਸੀਗੀ। ਤੇ ਹੁਣ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੋਣੀ ਆ, ਉਹ ਕਹਿ ਰਹੇ ਆ ਵੀ ਉੱਥੇ ਦੇ ਜਿਹੜੇ ਗਵਰਨਰ ਆ ਉਹਨਾਂ ਨੂੰ ਜੋ ਲਿੰਡਸੇ ਗ੍ਰਾਹਮ ਆ ਉਹਨਾਂ ਦੀ ਸਿਸਟਰ ਨੂੰ ਨੋਮੀਨੇਟ ਕਰ ਦੇਣਾ ਚਾਹੀਦਾ ਆ ਐਜ਼ ਏ ਸੈਨੇਟਰ, ਜਦੋਂ ਤੱਕ ਜਿਹੜੀ ਆ ਇਲੈਕਸ਼ਨਸ ਨਹੀਂ ਹੁੰਦੀਆਂ ਹੈਗੀਆਂ। ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਸੈਨੇਟਰ ਲਿੰਡਸੇ ਗ੍ਰਾਹਮ ਦੀ ਜਿਹੜੀ ਸਿਸਟਰ ਆ ਡੈਰਲਿਨ ਗ੍ਰਾਹਮ ਨੌਰਡਨ, ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜੇ ਬਿਆਨ ਆ ਇਹ ਜਾਰੀ ਕੀਤੇ ਆ। ਸਾਊਥ ਕੈਰੋਲੀਨਾ ਦੇ ਗਵਰਨਰ ਹੈਨਰੀ ਮੈਕਐਸਟਰ, ਉਹਨਾਂ ਨੇ ਪ੍ਰੈਸ ਕਾਨਫਰੰਸ ਅੱਜ ਕਰਨੀ ਆ 4 ਵਜੇ ਸ਼ਾਮ ਨੂੰ। ਸੋ ਦੇਖਦੇ ਆ ਕਿ ਉਹਦੇ ਵਿੱਚ ਜਿਹੜਾ ਇੰਟਰਮ ਅਪੁਆਇੰਟਮੈਂਟ ਆ, ਜਦੋਂ ਤੱਕ ਇਲੈਕਸ਼ਨ ਨਹੀਂ ਹੁੰਦੀ ਤਦੋਂ ਤੱਕ ਕਿਸ ਨੂੰ ਜਿਹੜਾ ਆ ਅਪੁਆਇੰਟ ਕੀਤਾ ਜਾਂਦਾ ਹੈਗਾ। ਕੀ ਕਾਰਨ ਬਣੇ ਅਚਾਨਕ ਸਡਨ ਇਲਨੈਸ ਤੋਂ ਉਹਨਾਂ ਦੀ ਜਿਹੜੀ ਉਹ ਮੌਤ ਹੋ ਗਈ ਆ, ਉਹਦੇ ਬਾਰੇ ਹਰ ਇੱਕ ਤਰੀਕੇ ਦੀ ਜਿਹੜੀਆਂ ਕਿਆਸਰਾਈਆਂ ਚੱਲ ਰਹੀਆਂ। ਪਰ ਮੁੱਢਲੀ ਜਿਹੜੀ ਅਟੋਪਸੀ ਦੀ ਰਿਪੋਰਟ ਦੇ ਵਿੱਚ ਇਹ ਦੱਸਿਆ ਜਾ ਰਿਹਾ ਆ ਵੀ ਏਓਰਟਿਕ ਡਾਇਸੈਕਸ਼ਨ ਜਿਹੜੀ ਹੋਈ ਹੈ, ਇਹ ਲਾਈਫ ਥ੍ਰੈਟਨਿੰਗ ਮੈਡੀਕਲ ਐਮਰਜੈਂਸੀ ਹੁੰਦੀ ਆ, ਜਿਹੜੀ ਸਭ ਤੋਂ ਜਿਹੜਾ ਏਓਰਟਾ ਹੁੰਦਾ ਆ ਉਹਦੀ ਇਨਰ ਮੋਸਟ ਲੇਅਰ ਜਦੋਂ ਫਟ ਜਾਂਦੀ ਜਾਂ ਉਹਦੇ ਵਿੱਚ ਜਦੋਂ ਟੀਅਰ ਆ ਜਾਂਦਾ ਆ ਤੇ ਉਹਦੇ ਨਾਲ ਜਿਹੜਾ ਖੂਨ ਹੀ ਖੂਨ ਬੇਸਿਕਲੀ ਲੀਕ ਹੋ ਜਾਂਦਾ। ਜਿਹੜਾ ਏਓਰਟਾ ਹੁੰਦਾ ਆ ਉਹਦੇ ਵਿੱਚ ਉਹ ਸਭ ਤੋਂ ਵੱਡੀ ਨਾੜੀ ਹੁੰਦੀ ਹੈ, ਕਹਿ ਸਕਦੇ ਆ ਆਪਣੀ ਬਾਡੀ ਦੀ, ਜਿਸ ਦੇ ਵਿੱਚੋਂ ਖੂਨ ਸਭ ਤੋਂ ਜ਼ਿਆਦਾ ਫਲੋ ਕਰਦਾ ਆ। ਤੇ ਜਦੋਂ ਜੇ ਰੱਬ ਨਾ ਕਰੇ ਜਿੱਦਾਂ
ਲਿੰਡਸੀ ਗ੍ਰਾਹਮ ਦੇ ਨਾਲ ਕਹਿੰਦੇ ਵੀ ਇਹ ਮੁੱਢਲੇ ਤੌਰ ਦੇ ਉੱਤੇ ਪਤਾ ਲੱਗ ਰਿਹਾ ਵੀ ਉਹਨਾਂ ਦੇ ਇਦਾਂ ਵਾਪਰਿਆ ਆ। ਜੇ ਇਦਾਂ ਹੁੰਦਾ ਤੇ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਤੇ ਕਹਿੰਦੇ ਵੀ ਐਮਰਜੈਂਸੀ ਰੂਮ ਦੇ ਵਿੱਚ ਇਮੀਡੀਏਟਲੀ ਲੈ ਕੇ ਜਾਣਾ ਚਾਹੀਦਾ, ਕਿਉਂਕਿ ਉਹ ਸੀਗੇ ਸੈਨੇਟਰ। ਓਬਵੀਅਸਲੀ ਮੈਡੀਕਲ ਸਹੂਲਤਾਂ ਉਹਨਾਂ ਦੇ ਕੋਲ ਪੂਰੀਆਂ ਸੀਗੀਆਂ, ਪਰ ਕਈ ਚੀਜ਼ਾਂ ਜਿਹੜੀਆਂ ਆ ਨਾ ਫਿਰ ਹੱਥੋਂ ਬਾਹਰ ਹੋ ਜਾਂਦੀਆਂ ਆ। ਸੋ ਆਇਓਟਿਕ ਟੀਅਰ ਕਹਿੰਦੇ ਵੀ ਇਸ ਟਾਈਮ ਬਲੇਮ ਕੀਤੀ ਜਾ ਰਹੀ ਆ ਸੈਨੇਟਰ ਲਿੰਡਸੀ ਗ੍ਰਾਹਮ ਦੀ ਸਡਨ ਜਿਹੜੀ ਡੈਥ ਹੋਈ ਆ ਉਸ ਦੇ ਬਾਬਤ। ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ ਵੀ ਇਜ਼ਰਾਈਲ ਦੇ ਬਹੁਤ ਹੀ ਤਗੜੇ ਕੱਟੜ ਜਿਹੜੇ ਉਹ ਸਮਰਥਕਾਂ ਦੇ ਵਿੱਚੋਂ ਇੱਕ ਸੀਗੇ। ਕਿਸੇ ਟਾਈਮ ਦੇ ਉੱਤੇ ਉਹਨਾਂ ਨੇ ਇਹ ਵੀ ਕਿਹਾ ਸੀਗਾ, ਜਿਹੜੇ ਕਿ ਹੁਣ ਟਰੰਪ ਹੋਣਾ ਦੇ ਬਹੁਤ ਨਜ਼ਦੀਕ ਆ, ਬਹੁਤ ਸਾਰੇ ਜਿਹੜੇ ਟਰੰਪ ਹੋਣਾ ਦੇ ਨਜ਼ਦੀਕ ਆ, ਕਿਸੇ ਟਾਈਮ ਦੇ ਉੱਤੇ ਟਰੰਪ ਦੇ ਆਲੋਚਕ ਵਿਰੋਧੀ ਵੀ ਰਹੇ, ਉਹਨਾਂ ਨੇ ਇਹ ਵੀ ਟਵੀਟ ਜਿਹੜੇ ਉਹ ਕੀਤੇ ਸੀ, ਕਰਦੇ ਰਹੇ ਆ ਵੀ ਲਿੰਡਸੀ ਗ੍ਰਾਹਮ ਨੇ ਕਿਹਾ ਸੀਗਾ ਵੀ ਜੇ ਕਿਤੇ ਟਰੰਪ ਜਿੱਤ ਗਿਆ ਤਾਂ ਮੁਲਕ ਦਾ ਪਤਾ ਨਹੀਂ ਕੀ ਜਿਹੜਾ ਉਹ ਬਣੂਗਾ। ਜਿਸ ਤਰੀਕੇ ਦੇ ਨਾਲ ਮੌਜੂਦਾ ਰਾਸ਼ਟਰਪਤੀ ਪੈਂਸ ਆ, ਉਹਨਾਂ ਨੇ ਇੱਕ ਵਾਰੀ ਟਰੰਪ ਹੋਣਾ ਨੂੰ ਹਿਟਲਰ ਨਾਜ਼ੀ ਦੇ ਤੌਰ ਦੇ ਉੱਤੇ ਵੀ ਜਿਹੜਾ ਉਹ ਆਖਿਆ ਸੀਗਾ। ਸੋ ਇਹਨਾਂ ਦੇ ਜਿਹੜੇ ਰਿਸ਼ਤੇ ਆ ਖੱਟੇ ਮਿੱਠੇ ਟਰੰਪ ਹੋਣਾ ਦੇ ਨਾਲ ਜੁੜੇ ਰਹੇ ਆ, ਮੌਜੂਦਾ ਰਾਸ਼ਟਰਪਤੀ ਦੇ ਜਿਹੜੇ ਉਹ ਨਾਲ। ਪਰ ਇਹ ਆ ਵੀ ਅਚਾਨਕ ਜਿਹੜੀ ਇਹਨਾਂ ਦੀ ਇਹ ਮੌਤ ਹੋਈ, ਕਿਸੇ ਨੂੰ ਚੇਤਾ ਨਹੀਂ ਸੀਗਾ ਹਰਜੋਤ ਸਿੰਘ ਜੀ ਵੀ ਇਦਾਂ ਜਿਹੜਾ ਉਹ ਇਹਨਾਂ ਦੇ ਨਾਲ ਵਾਪਰ ਸਕਦਾ ਆ। ਪਰ ਅਫਸੋਸ ਦੇ ਨਾਲ ਉਹਨਾਂ ਦੀ ਫੈਮਿਲੀ ਨੂੰ ਹੁਣ ਇਸ ਬਾਬਤ ਜਿਹੜਾ ਆ, ਇਸ ਕਹਿ ਲਓ ਵੀ ਦੁੱਖ ਭਰੇ ਮਾਹੌਲ ਦੇ ਵਿੱਚੋਂ ਲੰਘਣਾ ਜਿਹੜਾ ਉਹ ਪਊਗਾ। ਕ੍ਰਿਟਿਕਸ ਦੇਖੋ ਆਪਣੇ ਵਿਰੋਧੀਆਂ ਦੇ ਨਾਲ ਵੀ ਕਿਸੇ ਟਾਈਮ ਦੇ ਉੱਤੇ, ਇਹ ਤਾਂ ਹੁਣ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਡਿਵੀਜ਼ਨ ਵਾਲਾ ਮਾਹੌਲ ਜਿਹੜਾ ਉਹ ਬਣਿਆ ਆ, ਇਦਾਂ ਦੇ ਤਾਂ ਜਿਹੜੇ ਉਹ ਮਾਹੌਲ ਪਹਿਲਾਂ ਨਹੀਂ ਸੀ। ਈਵਨ ਦੋ ਇੱਕ ਦੂਜੇ ਦੇ ਨਾਲ ਇਹਨਾਂ ਦੇ ਵਿਚਾਰਕ ਮਤਭੇਦ ਹੋਣ ਦੇ ਬਾਵਤ ਵੀ ਇਨਸਾਨੀਅਤ ਨੂੰ ਮੁੱਖ ਰੱਖਦੇ ਹੋਏ ਜਦੋਂ ਇੱਕ ਦੂਜੇ ਨੂੰ ਮਿਲਦੇ ਸੀਗੇ ਤਾਂ ਚੰਗੇ ਜਿਹੜੇ ਉਹ ਜਿਹੜੇ ਕਹਿ ਲਓ ਵੀ ਰਿਸ਼ਤਿਆਂ ਦੇ ਨਾਲ ਇੱਕ ਦੂਜੇ ਦੇ ਨਾਲ ਮਿਲਦੇ ਰਹੇ ਆ, ਜਿਨ੍ਹਾਂ ਵਿੱਚ ਸਾਬਕਾ ਜਿਹੜੇ ਰਾਸ਼ਟਰਪਤੀ ਰਹੇ ਆ ਜੋ ਬਾਈਡਨ, ਜੋ ਕਿ ਉਹਨਾਂ ਦੇ ਸਾਥੀ ਸੈਨੇਟਰ ਵੀ ਰਹੇ ਆ ਕਈ ਸਾਲ ਤੱਕ, ਉਹਨਾਂ ਦੇ ਨਾਲ ਵੀ ਇਹਨਾਂ ਦੇ ਰਿਸ਼ਤੇ ਠੀਕ ਠਾਕ ਹੀ ਜਿਹੜੇ ਰਹੇ ਸੀਗੇ। ਜਿਹੜੀ ਮੁੱਢਲੀ ਮੈਡੀਕਲ ਐਗਜ਼ਾਮੀਨਰ ਦੀ ਜਿਹੜੀ ਰਿਪੋਰਟ ਆਈ ਆ ਜੋ ਕਿ ਗ੍ਰਾਹਮ ਹੋਣਾ ਦੇ ਆਫਿਸ ਦੇ ਦੁਆਰਾ ਸ਼ੇਅਰ ਕੀਤੀ ਗਈ ਆ, ਉਹਦੇ ਵਿੱਚ ਆਇਓਟਿਕ ਡਾਇਸੈਕਸ਼ਨ ਦੇ ਬਾਰੇ ਜਿਹੜਾ ਉਹ ਦੱਸਿਆ ਗਿਆ ਹੈ। ਕਹਿੰਦੇ ਵੀ ਆਰਟਰੀਜ਼ ਹਾਰਡਨਿੰਗ ਦੇ ਨਾਲ ਜਿਹੜਾ ਉਹ ਚੀਜ਼ ਜਿਹੜੀ ਉਹ ਬਣ ਜਾਂਦੀ ਆ। ਕਹਿੰਦੇ ਵੀ ਸਿੰਪਟਮ ਇਹਦੇ ਵਿੱਚ ਇਹੀ ਹੁੰਦੇ ਵੀ ਸਡਨ ਤੇ ਸਵੀਅਰ ਸਟੈਬਿੰਗ ਲਾਈਕ ਪੇਨ ਹੁੰਦੀ ਆ, ਜ਼ਿਆਦਾਤਰ ਛਾਤੀ ਦੇ ਵਿੱਚ ਜਾਂ ਪਿੱਠ ਦੇ ਵਿੱਚ। ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਇਹ ਪਤਾ ਲੱਗਾ ਵੀ ਇਹਨਾਂ ਦੇ ਤਾਂ ਅੰਦਰ ਟੀਅਰ ਜਿਹੜਾ ਆ ਉਹ ਹੋ ਗਿਆ ਸੀਗਾ। ਸੋ ਉਹਦੇ ਕਰਕੇ ਇਹਨਾਂ ਦੀ ਮੌਤ ਨੂੰ ਦੇਖਿਆ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਜਾ ਰਿਹਾ। ਸੋ ਕਹਿੰਦੇ ਬਰੀਫ ਤੇ ਸਡਨ ਇਲਨੈਸ ਦੇ ਨਾਲ ਕੁਛ ਹੀ ਚਿਰਾਂ ਦੇ ਵਿੱਚ ਉਹਨਾਂ ਦੀ ਜਿਹੜੀ ਉਹ ਮੌਤ ਹੋ ਗਈ ਆ। ਖੱਬੇ ਸੱਜਿਓਂ ਆਇਲ ਦੇ ਦੋਨੋਂ ਪਾਸਿਓਂ ਲਿੰਡਸੀ ਗ੍ਰਾਹਮ ਨੂੰ ਜਿਹੜਾ ਟ੍ਰਿਬਿਊਟ ਆ ਉਹ ਇਸ ਟਾਈਮ ਮਿਲ ਰਹੇ ਹੈਗੇ ਆ। ਲੰਮਾ ਸਮਾਂ ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ ਵੀ ਰਿਪਬਲਿਕਨ ਪਾਰਟੀ ਦੇ ਸਾਊਥ ਕੈਰੋਲੀਨਾ ਤੋਂ ਇਹ ਸਰਵ ਕਰਦੇ ਰਹੇ ਆ ਤੇ ਕ੍ਰਿਟਿਕ ਵੀ ਇੱਕ ਟਾਈਮ ਤੇ ਹੋਣ ਤੋਂ ਬਾਅਦ ਚ ਉਹਨਾਂ ਦੇ ਜਿਹੜੇ ਮੌਜੂਦਾ ਰਾਸ਼ਟਰਪਤੀ ਦੇ ਸਾਥੀ ਵੀ ਜਿਹੜੇ ਆ। ਫੋਰਨ ਪਾਲਿਸੀ ਹੌਕ ਦੇ ਤੌਰ ਦੇ ਉੱਤੇ ਇਹ ਆਪਣੇ ਆਪ ਇਹਨਾਂ ਦਾ ਨਾਮ ਜਿਹੜਾ ਕਾਫੀ ਜ਼ਿਆਦਾ ਬਣਿਆ ਸੀਗਾ। ਈਰਾਨ ਤੇ ਇਰਾਕ ਦੇ ਉਲਟ ਜਿਹੜੀ ਮਿਲਟਰੀ ਇੰਟਰਵੈਂਸ਼ਨ ਆ ਉਸ ਤੇ ਇਹ ਕੱਟੜ ਸਮਰਥਕ ਜਿਹੜੇ ਉਹ ਰਹੇ ਆ। ਯੂਐਸ ਦੀ ਜਿਹੜੀ ਸਪੋਰਟ ਇਜ਼ਰਾਈਲ ਤੇ ਯੂਕਰੇਨ ਦੋਨਾਂ ਦੇ ਲਈ ਇਹ ਲੀਡਿੰਗ ਵੌਇਸ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਸੀਗਾ। ਇਹਨਾਂ ਨੇ ਜਾਂਦੇ ਜਾਂਦੇ ਜਿਹੜਾ ਹਰਜੋਤ ਸਿੰਘ ਜੀ ਇੱਕ ਪਿਛਲੇ ਕੁਝ ਮਹੀਨੇ ਪਹਿਲਾਂ ਉਹਨਾਂ ਨੇ ਇੱਕ ਬਿੱਲ ਦਾ ਪ੍ਰਪੋਜ਼ ਕੀਤਾ ਸੀਗਾ ਵੀ ਜਿਹੜਾ ਵੀ ਕੋਈ ਰਸ਼ੀਆ ਦਾ ਤੇਲ ਖਰੀਦੂਗਾ ਉਸ ਦੇ ਉੱਤੇ 500% ਟੈਰਿਫ ਜਿਹੜਾ ਉਹ ਲਾਇਆ ਆ ਜਾਵੇ। ਪਰ ਇਹ ਵੀ ਨਵੰਬਰ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੀ ਅਚਾਨਕ ਹੋਈ ਮੌਤ ਦੇ ਨਾਲ ਕਾਫੀ ਜਿਹੜੀਆਂ ਕਹਿ ਸਕਦੇ ਹਾਂ ਵੀ ਗਰਾਊਂਡ ਆ ਉਹ ਇੱਕਦਮ ਹਿੱਲ ਗਈ ਆ, ਸ਼ੇਕ ਜਿਹੜੀ ਉਹ ਹੋ ਗਈ ਹੈਗੀ ਆ। ਸੋ ਜਿਹੜੇ ਰਿਪਰੈਜ਼ੈਂਟੇਟਿਵ ਨੈਂਸੀ ਮੇਸ ਆ ਵੀ ਉਹਨਾਂ ਦਾ ਨਾਮ ਆ ਰਿਹਾ ਵੀ ਕੀ ਉਹ ਲਿੰਡਸੀ ਗ੍ਰਾਹਮ ਦੀ ਸੀਟ ਦੇ ਉੱਤੇ ਰਨ ਕਰਨਗੇ, ਤਾਂ ਕਹਿੰਦੇ ਵੀ देयर विल बी टाइम टू डिसाइड। ਆਪਾਂ ਜਿਹੜਾ ਉਹ ਕਹਿੰਦਾ ਵਕਤ ਲਾ ਕੇ ਇਸ ਨੂੰ ਜਿਹੜਾ ਉਹ ਸੋਚਾਂਗੇ ਕਿਸ ਤਰੀਕੇ ਦੇ ਨਾਲ ਇਹ ਹੁੰਦਾ ਆ। ਦੁਨੀਆ ਭਰ ਤੋਂ ਵੀ ਜਿਹੜੇ ਹਰਜੋਤ ਸਿੰਘ ਜੀ ਲਿੰਡਸੀ ਗ੍ਰਾਹਮ ਦੀ ਮੌਤ ਦੇ ਅਫਸੋਸ ਤੇ ਜਿਹੜੇ ਸੁਨੇਹੇ ਆ ਦੁੱਖ ਪ੍ਰਗਟ ਕਰਨ ਵਾਲੇ ਉਹ ਉਹਨਾਂ ਦੇ
ਬਾਬਤ ਉਹਨਾਂ ਦੀ ਮੌਤ ਤੋਂ ਬਾਅਦ ਦੇ ਵਿੱਚ ਆ ਰਹੇ ਹੈਗੇ ਆ। ਈਰਾਨ ਦੇ ਵਿੱਚ ਰਜੀਮ ਚੇਂਜ ਦੇ ਉਹ ਬਹੁਤ ਤਗੜੇ ਜਿਹੜੇ ਆਊਟਸਪੋਕਨ ਸਪੋਰਟਰ ਸੀਗੇ, ਤੇ ਇੱਥੋਂ ਤੱਕ ਵੀ ਆਪਾਂ ਜਿਹੜਾ ਉਹ ਦੇਖਿਆ ਵੀ ਈਰਾਨ ਦੇ ਉੱਤੇ ਹਮਲਾ ਕਰਨ ਦੇ ਨੂੰ ਲੈ ਕੇ ਮੋਹਰੇ ਆ ਕੇ, ਤੇ ਉਸ ਹਮਲੇ ਤੋਂ ਬਾਅਦ ਚ ਖੁਸ਼ੀ ਮਨਾਉਣ ਵਾਲਿਆਂ ਦੇ ਵਿੱਚੋਂ ਜਿਹੜੇ ਸੈਨੇਟਰ ਲਿੰਡਸੀ ਗ੍ਰਾਹਮ ਆ, ਉਹ ਕਾਫੀ ਜ਼ਿਆਦਾ ਮੋਹਰੇ ਜਿਹੜੇ ਆ ਉਹ ਇਸ ਦੇ ਵਿੱਚ ਰਹੇ ਹੈਗੇ ਆ। ਜਿਹੜੇ ਡੈਮੋਕ੍ਰੇਟ ਸੈਨੇਟਰਸ ਆ, ਉਹ ਇਹ ਹੁਣ ਕਹਿ ਰਹੇ ਆ ਵੀ ਜਿਹੜੇ ਲਿੰਡਸੀ ਗ੍ਰਾਹਮ ਆ, ਉਹਨਾਂ ਦੀ ਹਮੇਸ਼ਾ ਇੱਛਾ ਹੁੰਦੀ ਸੀਗੀ ਵੀ ਆਪਾਂ ਅਕ੍ਰੋਸ ਦੀ ਆਇਲ, ਯਾਨੀ ਕਿ ਡੈਮੋਕ੍ਰੇਟ ਪਾਰਟੀ ਦੇ ਨਾਲ ਮਿਲ ਕੇ ਵੀ ਜਿਹੜੇ ਕੰਮ ਆ ਉਹ ਕੀਤੇ ਜਿਹੜੇ ਉਹ ਜਾ ਸਕਦੇ ਆ। ਵਿਲਿੰਗਨੈਸ ਟੂ ਵਰਕ ਅਕ੍ਰੋਸ ਦੀ ਆਇਲ ਦੇ ਬਾਬਤ ਜਿਹੜਾ ਆ ਉਸ ਤਰੀਕੇ ਦੇ ਨਾਲ ਆ। ਇਹਨਾਂ ਦੀ ਮੌਤ ਤੋਂ ਬਾਅਦ ਚ ਰਾਸ਼ਟਰਪਤੀ ਟਰੰਪ ਨੇ ਪੂਰੇ ਮੁਲਕ ਭਰ ਦੇ ਵਿੱਚ ਜਿਹੜੇ ਝੰਡੇ ਆ ਉਹ ਹਾਫ ਸਟਾਫ ਦੇ ਉੱਤੇ ਜਿਹੜੇ ਚਲਾਉਣ ਦੇ ਆਦੇਸ਼ ਜਿਹੜੇ ਆ ਉਹ ਦੇ ਦਿੱਤੇ ਹੈਗੇ ਆ, ਇਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ ਸੈਨੇਟਰ ਮਿਚ ਮਕੋਨਲ ਆ, ਫਾਈਨਲੀ ਉਹ ਬਾਹਰ ਆਏ ਆ। ਉਹਨਾਂ ਦੀ ਫੋਟੋ ਵੀ ਆਈ ਆ ਉਹਨਾਂ ਦੀ ਵਾਈਫ ਦੇ ਨਾਲ, ਐਲਨ ਚਾਓ ਨਾਲ। ਕਾਫੀ ਦਿਨਾਂ ਤੋਂ ਹਸਪਤਾਲ ਦੇ ਵਿੱਚ ਉਹ ਐਡਮਿਟ ਸੀ। ਇਹ ਵੀ ਕਾਫੀ ਲੰਮੇ ਸਮੇਂ ਤੋਂ ਸੈਨੇਟਰ ਆ। 84 ਸਾਲਾਂ ਦੇ ਕੰਟੱਕੀ ਦੇ ਰਿਪਬਲਿਕਨ ਸੈਨੇਟਰ ਮਿਚ ਮਕੋਨਲ, ਇਹਨਾਂ ਦੀ ਜਿਹੜੀ ਗੈਰ ਹਾਜ਼ਰੀ ਸੀ ਉਹਨੂੰ ਲੈ ਕੇ ਬਹੁਤ ਸਾਰੇ ਜਿਹੜੇ ਪੋਲੀਟੀਕਲ ਸਰਕਲ ਦੇ ਵਿੱਚ ਲੋਕ ਆ, ਉਹ ਕਹਿ ਰਹੇ ਸੀ ਵੀ ਸਹੀ ਇਨਫੋਰਮੇਸ਼ਨ ਦੇਣੀ ਚਾਹੀਦੀ ਹੈਗੀ ਆ। ਈਵਨ ਐਨਡੀ ਬਸ਼ੀਰ ਜਿਹੜੇ ਉੱਥੇ ਦੇ ਗਵਰਨਰ ਆ, ਉਹਨਾਂ ਨੇ ਵੀ ਕਿਹਾ ਸੀ ਵੀ ਟਰਾਂਸਪੇਰੈਂਟ ਹੋਣਾ ਚਾਹੀਦਾ ਆ। ਮਿਚ ਮਕੋਨਲ ਉਹਨਾਂ ਨੇ ਕਿਹਾ ਵੀ ਉਹ ਡਿੱਗ ਪਏ ਸੀਗੇ, ਇਸ ਕਰਕੇ ਉਹਨਾਂ ਦੇ ਸੱਟ ਲੱਗ ਗਈ, ਪਰ ਹੁਣ ਉਹ ਹਸਪਤਾਲ ਤੋਂ ਬਾਹਰ ਆ ਗਏ ਹੈਗੇ ਆ। ਪਰ ਵਾਪਸ ਉਹ ਸੈਨੇਟ ਦੇ ਵਿੱਚ ਹਜੇ ਨਹੀਂ ਜਾਣਗੇ, ਕਿਉਂਕਿ ਉਹਨਾਂ ਨੂੰ ਜਿਹੜੀ ਰੈਸਟ ਆ ਉਹ ਕਰਨ ਦੇ ਲਈ ਕਿਹਾ ਗਿਆ ਹੈਗਾ ਆ। ਸੋ ਫੋਟੋ ਉਹਨਾਂ ਦੀ ਵਾਈਫ ਦੇ ਨਾਲ ਇੱਕ ਰਿਲੀਜ਼ ਕੀਤੀ ਗਈ ਹੈਗੀ ਆ। ਉਹਨਾਂ ਦੀ ਵਾਈਫ ਜਿਹੜੀ ਹੈਗੀ ਆ ਐਲਨ ਚਾਓ, ਉਹ ਚਾਈਨਾ ਦੇ ਵਿੱਚ ਗਈ ਹੋਈ ਸੀ ਜਿਸ ਟਾਈਮ ਦੇ ਉੱਤੇ ਮਿਚ ਮਕੋਨਲ ਉਹਨਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕੀਤਾ ਗਿਆ ਸੀ। ਹੁਣ ਪਤਾ ਚੱਲਿਆ ਵੀ ਚਾਈਨਾ ਦੇ ਵਾਈਸ ਪ੍ਰੈਜ਼ੀਡੈਂਟ ਹੈਨ ਜ਼ੈਂਗ ਦੇ ਨਾਲ ਬੀਜਿੰਗ ਦੇ ਵਿੱਚ 17 ਜੂਨ ਨੂੰ ਜੋ ਐਲਨ ਚਾਓ ਆ ਉਹਨਾਂ ਦੀ ਮੀਟਿੰਗ ਹੋਈ ਹੈ। BBC ਰਿਪੋਰਟ ਕਰ ਰਿਹਾ ਹੈਗਾ। ਸੋ ਲੌਂਗੈਸਟ ਸਰਵਿੰਗ ਸੈਨੇਟਰ ਆ US ਦੀ ਹਿਸਟਰੀ ਦੇ ਵਿੱਚ, ਜੋ ਮਿਚ ਮਕੋਨਲ ਆ ਕੰਟੱਕੀ ਤੋਂ। 14 ਜੂਨ ਨੂੰ ਉਹਨਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕੀਤਾ ਗਿਆ ਸੀਗਾ, ਤੇ ਉਹਨਾਂ ਨੇ ਕਿਹਾ ਵੀ ਮੈਨੂੰ ਬਹੁਤ ਵਧੀਆ ਕੇਅਰ ਮਿਲੀ ਹੈਗੀ ਆ, ਤੇ ਹੁਣ ਮੈਂ ਜੋ ਆ ਉਹ ਰੈਸਟ ਕਰ ਰਿਹਾ ਆ। 2024 ਦੇ ਵਿੱਚ ਵੀ ਉਹ ਸੈਨੇਟ ਲੰਚ ਦੀ ਇਵੈਂਟ ਦੇ ਉੱਤੇ ਜਿਹੜੇ ਆ ਡਿੱਗ ਪਏ ਸੀਗੇ। ਸੋ ਉਹਨਾਂ ਨੇ ਕਿਹਾ ਵੀ ਮੈਂ ਹਜੇ ਸੈਨੇਟ ਤੋਂ ਜਾਣ ਤੋਂ ਰੈਸਟ ਕਰੂੰਗਾ, ਪਰ ਮੇਰੇ ਕੋਲ ਹਜੇ ਵੀ ਬਹੁਤ ਅਨਫਿਨਿਸ਼ਡ ਬਿਜ਼ਨਸ ਹੈਗਾ ਆ, ਜਿਹੜਾ ਕਿ ਤੁਹਾਡੇ ਬਿਹਾਫ ਦੇ ਉੱਤੇ ਮੈਂ ਕੰਪਲੀਟ ਕਰਨਾ ਹੈਗਾ। ਸੋ ਮਿਚ ਮਕੋਨਲ ਹੋਣਾ ਦਾ ਗੈਰ ਹਾਜ਼ਰੀ, ਉਹ ਉਹਨਾਂ ਦੀ ਵਾਈਫ ਦੇ ਨਾਲ ਫੋਟੋ ਜਾਰੀ ਕਰਕੇ ਉਹ ਹੁਣ ਉਹਨਾਂ ਨੇ ਸਾਬਤ ਕਰਤਾ ਉਹ ਬਿਲਕੁਲ ਠੀਕ ਠਾਕ ਆ। ਜੀ, ਅੱਜ ਇਹ ਜਿਹੜਾ ਹਰਜੋਤ ਸਿੰਘ ਜੀ ਕੈਪੀਟਲ ਹਿੱਲ ਦੇ ਉੱਤੇ ਸਾਰੇ ਜਿਹੜੇ ਸੈਨੇਟਰਸ, ਲਾਅ ਮੇਕਰਸ ਆ, ਮੁੜ ਵਾਪਸ ਜਿਹੜੇ ਉਹ ਆ ਰਹੇ ਆ, ਤੇ ਲਿੰਡਸੀ ਗ੍ਰਾਹਮ ਦੀ ਮੌਤ ਦੇ ਨਾਲ ਤੇ ਮਿਚ ਮਕੋਨਲ ਦੀ ਐਬਸੈਂਸ ਦੇ ਨਾਲ ਰਿਪਬਲਿਕਨ ਪਾਰਟੀ ਦੇ ਲਈ ਮੁਸ਼ਕਿਲਾਂ, ਜੇ ਕੋਈ ਏਜੰਡੇ ਨੂੰ ਪਾਸ ਕਰਾਉਣਾ ਆ, ਉਹ ਉਸ ਦੇ ਨਾਲ ਜਿਹੜੀਆਂ ਹਰਜੋਤ ਸਿੰਘ ਜੀ ਵੱਧ ਗਈਆਂ ਹੈਗੀਆਂ ਆ। ਸੋ ਜਿੱਥੇ 51-49 ਦੇ ਉੱਤੇ ਇਹਨਾਂ ਦੀ ਬਹੁਮਤ ਸੀਗੀ, ਬੜੀ ਥਿਨ ਮੈਜੋਰਟੀ ਜਿਹੜੀ ਉਹ ਸੀਗੀ, ਇੱਕ ਜਾਣੇ ਦੀ ਮੌਤ ਹੋਣ ਦੇ ਨਾਲ ਤੇ ਇੱਕ ਜਾਣੇ ਵੋਟਾਂ 'ਚ ਹਿੱਸਾ ਨਾ ਲੈਣ ਦੇ ਨਾਲ ਉਹ ਜਿਹੜੀ ਲੀਡ ਆ ਉਹਨਾਂ ਦੀ ਬਰਾਬਰ ਜਿਹੜੀ ਉਹ ਪਹੁੰਚ ਗਈ ਹੈਗੀ ਆ। ਸੋ ਜਿਹੜੇ ਰਿਪਬਲਿਕਨਸ ਆ ਉਹ ਵੀ ਜਿਹੜੇ ਉਹ ਇਸ ਟਾਈਮ ਦੇਖ ਰਹੇ ਆ ਵੀ ਕੀ ਸੈਨੇਟ ਦੇ ਵਿੱਚ ਇਸ ਟਾਈਮ ਵੋਟਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਆ, ਵੋਟਾਂ ਤੋਂ ਭਾਵ ਵੀ ਵੱਖ-ਵੱਖ ਬਿੱਲਾਂ ਦੇ ਉੱਤੇ ਵੋਟ ਹੋਣੀ ਚਾਹੀਦੀ ਆ ਜਾਂ ਨਹੀਂ। ਰਾਸ਼ਟਰਪਤੀ ਟਰੰਪ ਲਗਾਤਾਰ ਪੁਸ਼ ਕਰ ਰਹੇ ਆ ਵੀ ਜਿਹੜਾ ਸੇਵ ਅਮਰੀਕਾ ਐਕਟ ਆ, ਵੋਟਿੰਗ ਨੂੰ ਜਿਹੜਾ ਉਹ ਲੈ ਕੇ, ਵੋਟਿੰਗ ਰਿਸਟ੍ਰਿਕਸ਼ਨਸ ਨੂੰ ਲੈ ਕੇ ਵੀ ਉਹ ਕਿਸੇ ਨਾ ਤਰੀਕੇ ਪਾਸ ਜਿਹੜਾ ਹੋਵੇ। ਉਹਦੇ ਲਈ ਪਹਿਲਾਂ ਹੀ 60 ਵੋਟਾਂ ਦੀ ਜਿਹੜੀ ਉਹ ਦਰਕਾਰ ਆ, ਉਹ ਜ਼ਰੂਰਤ ਆ, ਤੇ 2 ਜਾਣਿਆਂ ਦੇ, ਇਹਨਾਂ ਦੇ ਇੱਕ ਦੀ ਮੌਤ ਤੇ ਇੱਕ ਦੀ ਐਬਸੈਂਸ ਤੋਂ ਬਾਅਦ 'ਚ ਉਹਨਾਂ ਦੇ ਲਈ ਜਿਹੜੀ ਟਾਸਕ ਆ ਉਹ ਹੋਰ ਵੀ ਜ਼ਿਆਦਾ ਮੁਸ਼ਕਲ ਜਿਹੜੀ ਉਹ ਬਣ ਚੁੱਕੀ ਹੈਗੀ ਆ। ਸੋ ਇਹ ਦੇਖਣ ਵਾਲੀ ਜਿਹੜੀ ਗੱਲ ਰਹੂਗੀ ਹਰਜੋਤ ਸਿੰਘ ਜੀ, ਵੀ ਉੱਥੇ ਇਹ ਕਿਸ ਤਰੀਕੇ ਦੇ ਨਾਲ ਆਪਣੀ ਜਿਹੜੀ ਕੂਟਨੀਤੀ ਆ ਉਹ ਵਰਤਦੇ ਆ, ਖਾਸ ਕਰਕੇ ਜਿਹੜਾ ਸੇਵ ਅਮਰੀਕਾ ਐਕਟ ਆ ਉਸ ਨੂੰ ਜਿਹੜਾ ਉਹ ਲੈ ਕੇ। ਸੋ ਕਾਫੀ ਵੱਡੇ ਆਬਸਟੈਕਲਸ ਆ, ਅਤੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਲਗਾਤਾਰ ਉਹਨਾਂ ਨੂੰ ਕਹਿ ਰਹੇ ਆ ਵੀ ਨਹੀਂ, ਇਸ ਨੂੰ ਤੁਸੀਂ ਜਿਹੜਾ ਉਹ ਪਾਸ ਕਰਾਓ। ਉਹਨਾਂ ਨੇ ਇਹ ਵੀ ਜਿਹੜਾ ਉਹ ਕਿਹਾ ਸੀਗਾ ਵੀ ਜੇ ਤੁਸੀਂ ਇਹ ਪਾਸ ਕਰ ਦਿੰਦੇ ਆ ਤਾਂ ਅਗਲੇ ਕਈ ਦਹਾਕੇ ਤੱਕ ਫਿਰ ਰਿਪਬਲਿਕਨਸ ਨੂੰ ਹਰਾਉਣਾ ਨਾਮੁਮਕਿਨ ਵਾਂਗੂ ਜਿਹੜਾ ਉਹ
ਬਣ ਜਿਹੜਾ ਹੋ ਜਾਵੇਗਾ। ਸੋ ਫੀਸਾਂ ਦਾ ਵੀ ਵਿੱਚ ਜਿਹੜਾ ਹਰਜੋਤ ਸਿੰਘ ਜੀ ਰੌਲਾ ਪਿਆ ਜਿਹੜੀ ਫੋਰਨ ਇੰਟੈਲੀਜੈਂਸ ਵਾਲਾ ਜਿਹੜਾ ਐਕਟ ਆ ਉਸ ਨੂੰ ਜਿਹੜਾ ਉਹ ਲੈ ਕੇ, ਤੇ ਆਪਾਂ ਆਲਰੇਡੀ ਦੇਖਿਆ ਵੀ ਰਾਸ਼ਟਰਪਤੀ ਟਰੰਪ ਨੇ ਹਾਊਸਿੰਗ ਬਿੱਲ ਸਾਈਨ ਨਹੀਂ ਕੀਤਾ, ਪਰ ਉਹ ਸਾਈਨ ਨਾ ਕਰਨ ਕਰਕੇ ਦੇ ਬਾਵਜੂਦ ਵੀ ਉਹ ਜਿਹੜਾ ਬਿੱਲ ਆ ਉਹ ਕਾਨੂੰਨ ਦਾ ਰੂਪ ਅਖਤਿਆਰ ਜਿਹੜਾ ਉਹ ਕਰ ਚੁੱਕਾ ਹੈਗਾ ਪਰ ਇਹ ਸਾਰੀਆਂ ਜਿਹੜੀਆਂ ਕੰਪਲਿਕੇਸ਼ਨਸ ਦੇ ਨਾਲ ਰਿਪਬਲਿਕਨਸ ਨੂੰ ਕਹਿ ਸਕਦੇ ਆ ਵੀ ਸੈਨੇਟ ਦੇ ਵਿੱਚ ਅਜੇ ਹਾਲ ਦੀ ਘੜੀ ਵੋਟਾਂ ਬਟੋਰਨ ਦੇ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੀ, ਅਗਲੀ ਖਬਰ ਵਰਲਡ ਲੈਵਲ ਦੇ ਉੱਤੇ ਈਰਾਨ ਦੇ ਨਾਲ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਯੂਐਸ ਹੁਣ ਦੁਬਾਰਾ ਕੀ ਫੇਰ ਈਰਾਨ ਨੂੰ ਬਲੌਕ ਕਰੂਗਾ ਸਟੇਟ ਆਫ ਹਾਰਮੁਜ਼ ਦੇ ਵਿੱਚ, ਤੇ ਉਹ ਜਿਹੜੇ ਆ ਯੂਐਸ ਚਾਰਜ ਕਰੂਗਾ ਸੇਫ ਪੈਸੇਜ ਦੇ ਲਈ। ਪਿਛਲੇ ਦਿਨਾਂ ਦੇ ਵਿੱਚ ਬਿਲਕੁਲ ਓਪਨ ਹੋ ਗਿਆ ਸੀ ਸਟੇਟ ਆਫ ਹਾਰਮੁਜ਼, ਪਰ ਦੁਬਾਰਾ ਕੀ ਫੇਰ ਜਿਹੜੀ ਲੜਾਈ ਆ ਉਹ ਸ਼ੁਰੂ ਹੋ ਗਈ ਹੈਗੀ ਆ, ਜਿਹਦੇ ਕਰਕੇ ਈਰਾਨ ਵਾਲਿਆਂ ਨੇ ਵੀ ਅਟੈਕ ਕੀਤਾ ਅਮਰੀਕਾ ਦੇ ਕੁਝ ਜਿਹੜੇ ਬੇਸਿਸ ਹੈਗੇ ਆ, ਤੇ ਅਮਰੀਕਾ ਨੇ ਵੀ ਕਈ ਜਗ੍ਹਾ ਦੇ ਉੱਤੇ ਈਰਾਨ ਦੇ ਉੱਤੇ ਅਟੈਕ ਕੀਤਾ ਹੈਗਾ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸਾਰੇ ਮੁਲਕ ਜਿਹੜੇ ਆ ਉਹਨਾਂ ਦੇ ਕੋਲ ਫੇਅਰ ਤੇ ਓਪਨ ਯੂਜ਼ ਹੋਊਗਾ ਸਟੇਟ ਦੇ ਲਈ। ਵੀ ਆਰ ਰੀਇਨਸਟੇਟਿੰਗ ਦਾ ਇਰਾਨੀਅਨ ਬਲੌਕੇਡ, ਤੇ ਉਹਨਾਂ ਨੇ ਇਹ ਕਿਹਾ ਆ ਪਰ ਸਟੇਟ ਆਫ ਹਾਰਮੁਜ਼ ਦੇ ਵਿੱਚੋਂ ਲੰਘਣ ਦੇ ਲਈ ਵੀ ਅਸੀਂ ਜਿਹੜਾ ਆ ਉਹ ਤੁਹਾਨੂੰ ਹੈਲਪ ਕਰਾਂਗੇ। ਤੇ ਉਹਨਾਂ ਨੇ ਕਿਹਾ ਵੀ ਯੂਐਸ ਨੂੰ 20% ਜਿਹੜਾ ਕਾਰਗੋ ਦੀ ਵੈਲਿਊ ਆ ਉਹ ਰੀਇੰਬਰਸ ਕਰਨਾ ਪਊਗਾ ਤੁਹਾਡੇ ਸੇਫ ਪੈਸੇਜ ਦੇ ਲਈ। ਕੋਈ ਵੀ ਮੁਲਕ ਦਾ ਜਿਹੜਾ ਉੱਥੋਂ ਜਹਾਜ਼ ਆ ਜੇ ਲੰਘਾਉਣਾ ਚਾਹੁੰਦਾ, ਤੇ ਉਹ ਕਾਰਗੋ ਦੇ ਵਿੱਚ ਜਿੰਨੇ ਵੀ ਕੀਮਤ ਵਾਲਾ ਸਮਾਨ ਹੋਇਆ ਉਹਦਾ 20% ਅਮਰੀਕਾ ਨੂੰ ਦੇਣਾ ਪਊਗਾ। ਇਹ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਜਿਹੜੀ ਆ ਸਟੇਟਮੈਂਟ ਦਿੱਤੀ ਹੈਗੀ ਆ। ਤੇ ਉਸ ਦੇ ਕਬਜ਼ੇ ਦੇ ਉੱਤੇ ਸਟੇਟ ਦੇ ਜਿਹੜਾ ਸਟੇਟ ਆਫ ਹਾਰਮੁਜ਼ ਆ ਉਹ ਕਾਫੀ ਤੇਜ਼ੀ ਦੇ ਨਾਲ ਈਰਾਨ ਵਾਲੇ ਕਹਿ ਰਹੇ ਸਾਡੇ ਕਬਜ਼ੇ ਦੇ ਅੰਡਰ ਆ, ਅਮਰੀਕਾ ਵਾਲੇ ਕਹਿ ਰਹੇ ਆ ਵੀ ਨਹੀਂ ਹੁਣ ਅਸੀਂ ਆਪਣੇ ਕਬਜ਼ੇ ਦੇ ਅੰਡਰ ਰੱਖਾਂਗੇ। ਸੋ ਕਾਫੀ ਕਸ਼ਮਕਸ਼ ਜਿਹੜੀ ਆ ਉਹ ਚੱਲ ਰਹੀ ਹੈਗੀ ਆ ਜੀ। 20% ਟੈਰਿਫ ਹਰਜੋਤ ਸਿੰਘ ਜੀ ਬਲੌਕੇਡ ਜਿਹੜਾ ਲਾਉਣਗੇ ਤਾਂ ਬਲੌਕੇਡ ਈਰਾਨ ਦੇ ਪੋਰਟਸ ਨੂੰ ਜਿਹੜੀ ਆਵਾਜਾਈ ਆ ਉਹ ਤਾਂ ਠੱਪ ਜਿਹੜੀ ਉਹ ਕਰੇਗਾ। ਈਰਾਨ ਵਾਲਿਆਂ ਨੇ ਪੂਰੇ ਸਟੇਟ ਆਫ ਹਾਰਮਜ਼ ਨੂੰ ਰੋਕਿਆ ਸੋ ਲੱਗਦਾ ਵੀ ਉੱਥੇ ਜਿਹੜੀ ਇਹ 2-4 ਵੀ ਲੰਘਦੇ ਸੀਗੇ ਉਹਨਾਂ ਨੂੰ ਵੀ ਹੁਣ ਚੰਗੀ ਮੁਸ਼ਕਲ ਦਾ ਸਾਹਮਣਾ ਕਰਨਾ ਪਊਗਾ। ਈਰਾਨ ਆਪਣੇ ਪੱਧਰ ਦੇ ਉੱਤੇ ਚੁੰਗੀ ਵਸੂਲਣ ਦੀ ਜਿਹੜੀ ਉਹ ਗੱਲ ਕਰ ਰਿਹਾ ਤੇ ਇੱਧਰ ਰਾਸ਼ਟਰਪਤੀ ਟਰੰਪ ਉਹਨਾਂ ਨੇ 20% ਜਿਹੜੀ ਕਾਰਗੋ ਜਿਹੜਾ ਸ਼ਿਪ ਹੋ ਰਿਹਾ ਉਸ ਨੂੰ ਉੱਤੇ ਜਿਹੜੀ ਫੀਸ ਲਾਉਣ ਦੀ ਗੱਲ ਆਖ ਦਿੱਤੀ ਹੈਗੀ ਜੇ ਹਰਜੋਤ ਸਿੰਘ ਜੀ ਇੰਨਾ ਜਿਹੜਾ ਉਹ ਮਹਿੰਗਾ ਉਹਨਾਂ ਨੂੰ ਕਿਸੇ ਵੀ ਜਹਾਜ਼ ਨੂੰ 2-2 ਥਾਂ ਦੇ ਉੱਤੇ ਚੁੰਗੀ ਦੇਣੀ ਪਊਗੀ, ਲੱਗ ਹੀ ਰਿਹਾ ਵੀ ਹਾਲ ਦੀ ਘੜੀ ਤਾਂ ਫਿਰ ਉੱਥੋਂ ਆਵਾਜਾਈ ਠੱਪ ਹੀ ਜਿਹੜੀ ਰਹੂਗੀ। ਜਿਹੜੀਆਂ ਤੇਲ ਦੀਆਂ ਕੀਮਤਾਂ ਥੋੜੀਆਂ ਜਿਹੀਆਂ ਘਟੀਆਂ ਸੀਗੀਆਂ ਜੋ ਕਿ ਆਪਾਂ ਨੂੰ ਕੈਲੀਫੋਰਨੀਆ ਬਹੁਤ ਘੱਟ ਦੇਖਣ ਨੂੰ ਮਿਲਿਆ, ਹੋਰ ਥਾਵਾਂ ਦੇ ਉੱਤੇ ਘਟੀਆਂ ਸੀਗੀਆਂ, ਉਹ ਫਿਰ ਦੁਬਾਰਾ ਜਿਹੜੀਆਂ ਉਹ ਵਧਣੀਆਂ ਸ਼ੁਰੂ ਹੋ ਸਕਦੀਆਂ ਇਹ ਹੁਣ ਕਿਆਸ ਰਹੀਆਂ ਇਸ ਟਾਈਮ ਚੱਲ ਰਹੀਆਂ ਹੈਗੀਆਂ ਸੋ ਸਿਚੁਏਸ਼ਨ ਆਉਣ ਵਾਲੇ ਦਿਨਾਂ 'ਚ ਕੀ ਜਿਹੜੀ ਉਹ ਬਣੂਗੀ ਇਹ ਦੇਖਣ ਵਾਲੀ ਗੱਲ ਆ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਅੱਜ ਜਦੋਂ ਤੋਂ ਰਾਸ਼ਟਰਪਤੀ ਟਰੰਪ ਨੇ ਬਿਆਨ ਦਿੱਤਾ ਵੀ 20% ਅਸੀਂ ਜਿਹੜੀ ਫੀਸ ਲਾਉਣੀ ਆ ਤੇ ਬਲੌਕੇਡ ਦੁਬਾਰਾ ਲਾਉਣ ਜਾ ਰਹੇ ਆ, ਉਸ ਤੋਂ ਬਾਅਦ ਦੇ ਵਿੱਚ ਤਕਰੀਬਨ 3 ਤੋਂ 4% ਕੱਚੇ ਤੇਲ ਦੀ ਕੀਮਤ ਦੇ ਵਿੱਚ ਵਾਧਾ ਜਿਹੜਾ ਉਹ ਹੋ ਚੁੱਕਾ ਆਇਲ ਪ੍ਰਾਈਸਿਸ ਜੰਪ ਕਰ ਚੁੱਕੇ ਤੇ ਸਟਾਕਸ ਜਿਹੜੇ ਉਹ ਥੱਲੇ ਵੱਲ ਨੂੰ ਉਹਨਾਂ ਨੇ ਰੁਖ ਕੀਤਾ ਜਿਹੜਾ ਉਹ ਹੋਇਆ ਟਰੰਪ ਹੁਣਾਂ ਨੇ ਇਹ ਕਿਹਾ ਸੀਗਾ ਵੀ ਉਹ ਚਾਹੁੰਦੇ ਵੀ ਜਿਹੜੀ ਸਟ੍ਰੇਟ ਆਫ ਹਾਰਮੁਜ਼ ਉਹ ਫ੍ਰੀ ਆਫ ਟੋਲਸ ਹੋਵੇ, ਪਰ ਕਹਿੰਦੇ ਵੀ ਪ੍ਰੋਟੈਕਟਰ ਆਫ ਸਟ੍ਰੇਟ ਆਫ ਹਾਰਮੁਜ਼ ਦੇ ਤੌਰ ਦੇ ਉੱਤੇ USA ਜਾਣਿਆ ਜਾਊਗਾ ਤਾਂ ਜੋ ਉੱਥੋਂ ਆਵਾਜਾਈ ਜਿਹੜੀ ਉਹ ਚੱਲਦੀ ਰਹਿ ਸਕੇ। ਤੇ ਆਵਾਜਾਈ ਜੇ ਹੁਣ ਚੱਲਦੀ ਰੱਖਣੀ ਤਾਂ ਉਹਨਾਂ ਨੇ ਇਹ ਕਿਹਾ ਹਰਜੋਤ ਸਿੰਘ ਜੀ ਵੀ ਅਸੀਂ ਜਿਹੜਾ ਇੱਕ ਹਿਸਾਬ ਦੇ ਨਾਲ ਉੱਥੇ 20% ਜਿਹੜਾ ਟੋਲ ਉਹ ਲਾ ਸਕਦੇ ਹੈਗੇ ਤਹਿਰਾਨ ਤੇ ਵਾਸ਼ਿੰਗਟਨ DC ਦੇ ਦਰਮਿਆਨ ਜਿਹੜਾ ਸਮਝੌਤਾ ਉਹ ਲਗਭਗ ਟੁੱਟਣ ਦੇ ਕਿਨਾਰੇ ਪਹੁੰਚ ਚੁੱਕਾ ਹੈਗਾ ਦੋਨੋਂ ਹੀ ਜਿਹੜੀਆਂ ਧਿਰਾਂ ਉਹ ਇਹ ਇੱਕ ਦੂਜੇ ਦੇ ਉੱਤੇ ਤਹਿਮਤ ਲਾ ਰਹੀਆਂ ਵੀ ਇਹਨਾਂ ਦੇ ਦੁਆਰਾ ਸੀਜ਼ਫਾਇਰ ਉਸ ਨੂੰ ਛਿੱਕੇ ਟੰਗਿਆ ਗਿਆ ਹੈਗਾ ਤੇ ਆਪੋ ਆਪਣੇ ਪੱਧਰ ਦੇ ਉੱਤੇ ਮਿਲਟਰੀ ਐਕਸ਼ਨਸ ਜਿਹੜੇ ਉਹ ਲੈ ਰਹੇ ਟਰੰਪ ਹੁਣਾਂ ਨੇ ਕੱਲ ਇੱਕ ਵਾਰੀ ਫੇਰ ਇਦਾਂ ਦਾ ਬਿਆਨ ਦਿੱਤਾ ਸੀ, ਕਹਿੰਦੇ ਵੀ 1000 ਜਿਹੜੀਆਂ ਮਿਜ਼ਾਈਲਸ ਉਹ ਲੌਕਡ ਐਂਡ ਲੋਡਡ ਨੇ ਤੇ ਈਰਾਨ ਦੇ ਉੱਤੇ ਜਿਹੜੀਆਂ ਉਹੀ ਸੁੱਟ ਸਕਦੇ ਹੈਗੇ ਉਧਰ ਅਮਰੀਕਾ ਦੇ ਦੁਆਰਾ ਜਿਹੜੇ ਸੀ ਡਰੋਨਸ ਉਹਨਾਂ ਦੀ ਵਰਤੋਂ ਕਰਦੇ ਹੋਏ ਈਰਾਨ ਦੇ ਜਿਹੜੇ ਵੀ ਹੋਰ ਨੇਵੀ ਤਾਂ ਉਹਨਾਂ ਦੀ ਪਹਿਲਾਂ ਹੀ ਜਿਹੜੀ ਉਹ ਨਸ਼ਟ ਕਰ ਦਿੱਤੀ ਗਈ ਹੈਗੀ ਅਮਰੀਕਾ ਦੇ ਦੁਆਰਾ,
ਜਿਹੜੀ ਕੁਛ ਵੀ ਬੰਦਰਗਾਹਾਂ ਦੇ ਉੱਤੇ ਉਹਨਾਂ ਦੇ ਬੇੜੇ-ਬੂੜੇ ਜਾਂ ਕੋਈ ਬੇੜੀਆਂ ਜਾਂ ਕੋਈ ਬੋਟਸ ਪਈਆਂ ਆ, ਉਹਨਾਂ ਸਾਰਿਆਂ ਨੂੰ ਸੀ ਡਰੋਨਸ ਦੇ ਨਾਲ ਨਸ਼ਟ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ ਹੈਗਾ ਆ। ਦੋਨਾਂ ਮੁਲਕਾਂ ਨੂੰ ਖਾਸ ਕਰਕੇ ਅਮਰੀਕਾ ਦੇ ਐਂਗਲ ਤੋਂ ਗੱਲ ਕਰੀਏ ਤਾਂ ਉਹਨਾਂ ਨੂੰ 2-3 ਮਹੀਨੇ ਦਾ ਵਕਤ ਜਿਹੜਾ ਉਹ ਮਿਲ ਗਿਆ। ਜਿਹੜੇ ਸਟਾਕ ਪਾਈਲ ਘਟੇ ਹੋਣਗੇ ਉਹਨਾਂ ਦੀ ਪੂਰਤੀ ਜਿਹੜੀ ਉਹ ਕਰਨ ਦੇ ਲਈ ਤੇ ਆਪਣੇ ਜਿਹੜੇ ਐਂਗਲਸ ਆ, ਆਪਣੇ ਜਿਹੜੀ ਸਿਚੁਏਸ਼ਨ ਆ ਉਹਨਾਂ ਨੂੰ ਮਜ਼ਬੂਤ ਜਿਹੜਾ ਉਹ ਕਰਨ ਦੇ ਲਈ। ਸੋ ਦ ਗਾਰਡੀਅਨ ਆਫ ਹਾਰਮੁਜ਼ ਸਟ੍ਰੇਟ USA ਕਹਿੰਦੇ ਵੀ ਇਸ ਨਾਮ ਤੋਂ ਜਿਹੜਾ ਉੱਥੇ ਜਾਣਿਆ ਜਾਊਗਾ ਤੇ ਕਹਿੰਦੇ ਵੀ ਮੈਟਰ ਆਫ ਫੇਅਰਨੈਸ ਉਸ ਦੇ ਲਈ ਅਸੀਂ ਰੀਇੰਬਰਸਮੈਂਟ ਲੈਣੀ ਆ, ਜੋ ਕਿ ਕਾਰਗੋ ਸ਼ਿਪ ਦਾ 20% ਜਿਹੜਾ ਹਿੱਸਾ ਆ ਉਹ ਹੋਊਗਾ। ਕਹਿੰਦੇ ਵੀ ਇਹ ਕਾਸਟ ਆ ਉੱਥੇ ਸੇਫਟੀ ਤੇ ਸਿਕਿਉਰਿਟੀ ਪ੍ਰੋਵਾਈਡ ਕਰਨ ਦੇ ਲਈ। ਹੁਣ ਹਰਜੋਤ ਸਿੰਘ ਜੀ, ਇੱਥੇ ਜਿੱਦਾਂ ਪਹਿਲੋਂ ਕਿਹਾ ਮਸਲਾ ਇਹ ਹੋਊਗਾ, ਜੇ ਇਰਾਨ ਵਾਲੇ ਪਹਿਲੋਂ ਨਹੀਂ ਲੰਘਣ ਦੇ ਰਹੇ ਤੇ ਉਧਰੋਂ ਨੇਵਲ ਬਲੋਕੇਡ ਵੀ ਜਿਹੜਾ ਉਹ ਲੱਗ ਗਿਆ ਤਾਂ ਜਾਊਗਾ ਆਊਗਾ ਕੀ। ਸੋ ਵੱਡੀ ਜਿਹੜੀ ਡਿਸਰਪਸ਼ਨ ਆ ਇੱਕ ਵਾਰੀ ਫੇਰ ਆਪਾਂ ਨੂੰ ਦੇਖਣ ਨੂੰ ਮਿਲੇਗੀ। ਵਾਲ ਸਟਰੀਟ ਜਰਨਲ ਇਹ ਰਿਪੋਰਟ ਕਰ ਰਿਹਾ ਵੀ ਜਿਹੜਾ ਇਰਾਨੀਅਨ ਰਜੀਮ ਆ ਉਹਨਾਂ ਨੂੰ ਸਟੇਟ ਆਫ ਹਾਰਮੋਜ਼ ਕਹਿੰਦੇ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਇਸ ਟਾਈਮ ਨਿਊਕਲੀਅਰ ਵੈਪਨਸ ਨਾਲੋਂ ਵੀ, ਕਿਉਂਕਿ ਇਹਦੇ ਥਰੂ ਬਿਲੀਅਨਸ ਆਫ ਡਾਲਰ ਦਾ ਜਿਹੜਾ ਬਿਜ਼ਨਸ ਜਾਣਾ ਤੇ ਜਿਹੜੀਆਂ ਸੈਂਕਸ਼ਨਸ ਆ ਉਹ ਲੱਗੀਆਂ ਹੋਈਆਂ ਆ। ਸੀਨੀਅਰ ਐਡਵਾਈਜ਼ਰ ਜਿਹੜੇ ਇਰਾਨ ਦੇ ਸੁਪਰੀਮ ਲੀਡਰ ਨੂੰ ਹੈਗੇ ਆ, ਸੁਪਰੀਮ ਲੀਡਰ ਦੇ ਸੀਨੀਅਰ ਐਡਵਾਈਜ਼ਰ, ਉਹਨਾਂ ਨੇ ਕਿਹਾ ਵੀ ਸਟੇਟ ਆਫ ਹਾਰਮੋਜ਼ ਇਜ਼ ਮੋਰ ਵੈਲੂਏਬਲ ਟੂ ਤਹਿਰਾਨ ਦੈਨ ਨਿਊਕਲੀਅਰ ਵੈਪਨਸ। ਮੋਸ਼ਨ ਰਾਜ਼ੀ ਕਰਕੇ ਜਿਹੜਾ ਨਾਂ ਦੱਸਿਆ ਗਿਆ ਆ, ਉਹਨਾਂ ਨੇ ਕਿਹਾ ਵੀ ਅਸੀਂ ਸਟੇਟ ਆਫ ਹਾਰਮੋਜ਼ ਨੂੰ ਸਟ੍ਰੈਟਜਿਕ ਜਿਹੜੇ ਸਾਡੇ ਵਾਟਰਵੇ ਆ ਉਹਨੂੰ ਪੂਰੀ ਤਰ੍ਹਾਂ ਉਸ ਨੂੰ ਡਿਫੈਂਡ ਕਰਾਂਗੇ। ਇਹ ਇੱਕ ਸਟ੍ਰੈਟਜਿਕ ਪੈਸੇਜ ਹੈਗਾ, ਇਹ ਬਹੁਤ ਇੰਪੋਰਟੈਂਟ ਆ ਦੈਨ ਦਰਜਨਾਂ ਦੇ ਐਟੋਮਿਕ ਬੰਬਾਂ ਨਾਲੋਂ। ਇਹ ਇਸਲਾਮਿਕ ਰਿਪਬਲਿਕ ਆਫ ਇਰਾਨ ਆ, ਉਹਨਾਂ ਨੇ ਅਨਾਊਂਸ ਕੀਤਾ ਹੈ। ਜੀ ਹਰਜੋਤ ਸਿੰਘ ਜੀ, ਆਪਾਂ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਗੱਲਬਾਤ ਦਾ ਸਿਲਸਿਲਾ ਅਪਡੇਟ ਅਮਰੀਕਾ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ। ਮਿਲਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾਅ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
ਪੰਜਾਬੀ ਰੇਡੀਓ USA ਸੱਤੋਂ ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA ਸੱਤੋਂ ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4087225200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ। ब्रेक तो बाद एक बार फिर आप सब का स्वागत है सत्र प्रोग्राम अपडेट अमेरिका। हरजोत सिंह जी जी आਇਆਂ ਨੂੰ स्वागत है जी। सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਖਬਰ ਆ ਹਰਜੋਤ ਸਿੰਘ ਜੀ ਉਸ ਤੇ ਗੱਲ ਕਰਦੇ ਜਾਈਏ। ਜਿੱਦਾਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਸੀਗਾ ਵੀ ਕੱਲ ਤਕਰੀਬਨ
ਵੱਡੇ ਪੱਧਰ ਦੇ ਉੱਤੇ ਜਿਹੜੀ ਇੱਕ ਕਾਨਫਰੰਸ ਕਾਲ ਹੋਈ, ਖਾਸ ਕਰਕੇ ਸਿੱਖ ਜਥੇਬੰਦੀਆਂ, ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਤੇ ਹੋਰ ਵੀ ਜਿਹੜੇ ਪੰਥਕ ਸਾਫਿਆਂ ਦੇ ਵਿੱਚ ਵਿਚਰਨ ਵਾਲੇ ਲੋਕ ਆ, ਉਹਨਾਂ ਸਾਰਿਆਂ ਦੀ ਵੀ ਜਿਹੜੀ ਲੇਟੈਸਟ ਇੰਡਾਈਟਮੈਂਟ ਆਈਆਂ ਆ ਸਾਹਮਣੇ FBI ਦੇ ਦੁਆਰਾ ਤੇ DOJ ਦੇ ਦੁਆਰਾ, ਜਿਸ ਦੇ ਵਿੱਚ ਭਾਰਤੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇੱਕ ਜਿਹੜੀ ਸ਼ਾਖਾ, ਉਹਨਾਂ ਦੇ ਜਿਹੜੇ ਕ੍ਰਾਈਮ ਦੇ ਕਰਿੰਦੇ ਹੈਗੇ ਆ, ਜਿਨ੍ਹਾਂ 'ਚ ਬਿਸ਼ਨੋਈ, ਗੋਲਡੀ ਬਰਾੜ, ਭਗਵਾਨਪੁਰੀਆ, ਢੰਡਾ ਤੇ ਹੋਰ ਜਿਹੜੇ ਸਾਰੇ ਲੋਕ ਆ, ਵੀ ਇਸ ਦੇ ਉੱਤੇ ਹੁਣ ਸਿੱਖਾਂ ਨੂੰ ਅੱਗੇ ਕੀ ਪੈਂਤੜਾ, ਕੀ ਅੱਗੇ ਜਿਹੜੀ ਚੀਜ਼ ਆ ਉਹ ਰੱਖਣੀ ਚਾਹੀਦੀ ਆ। ਸਾਂਝੇ ਤੌਰ ਦੇ ਉੱਤੇ ਹਰਜੋਤ ਸਿੰਘ ਜੀ ਕੁਝ ਕੁ ਜਿਹੜੀਆਂ ਚੀਜ਼ਾਂ ਦੇ ਉੱਤੇ ਜਿਹੜੇ ਵਿਚਾਰ ਇਹ ਜਿਹੜੇ ਹੋਏ, ਜਿਨ੍ਹਾਂ 'ਚ ਸਭ ਤੋਂ ਅਹਿਮ ਵਿਚਾਰ ਇਹ ਸੀਗਾ, ਜੋ ਕਿ ਆਪਾਂ ਨੂੰ ਵੀ ਉੱਥੇ ਮੌਕਾ ਮਿਲਿਆ ਵਿਚਾਰ ਰੱਖਣ ਦਾ। ਸੋ ਆਪਾਂ ਇਹ ਚੀਜ਼ ਨੂੰ ਜਿਹੜੇ ਪਹਿਲੇ ਦਿਨ ਤੋਂ ਆਪਾਂ ਇੱਥੇ ਹਰਜੋਤ ਸਿੰਘ ਜੀ ਰੌਲਾ ਪਾ ਰਹੇ, ਮੈਂ ਕਹਿ ਰਿਹਾ ਹਾਂ ਵੀ ਇਸ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਤੌਰ ਦੇ ਉੱਤੇ ਪੇਸ਼ ਕੀਤਾ ਜਿਹੜਾ ਉਹ ਜਾਣਾ ਚਾਹੀਦਾ ਆ। ਇੰਡੀਆ ਦੇ ਵਿੱਚ ਭਾਰਤ ਦੀਆਂ ਜਿਹੜੀਆਂ ਅਖਬਾਰਾਂ ਆ, ਉਹਨਾਂ ਨੇ ਹੁਣ ਜ਼ੋਰ ਲਾ ਦਿੱਤਾ ਹੋਇਆ ਆ ਇਹ ਚੀਜ਼ ਬਿਆਨਣ ਦੇ ਲਈ ਵੀ ਭਾਰਤ ਸਰਕਾਰ ਉਸ ਭਾਈ ਨਿੱਜਰ ਦੇ ਜਿਹੜੀ ਅਸੈਸੀਨੇਸ਼ਨ ਆ ਉਸ ਦੇ ਵਿੱਚੋਂ ਬਰੀ ਆ, ਉਹਨਾਂ ਦਾ ਜ਼ੋਰ ਲੱਗਾ ਪਿਆ ਆ ਇਹ ਸਾਰੀਆਂ ਚੀਜ਼ਾਂ ਦੇ ਵਿੱਚ। ਉਹ ਇਹ ਕਹਿ ਰਹੇ ਆ ਵੀ ਇਹ ਇਕੱਲਾ ਬਿਸ਼ਨੋਈ ਤੇ ਬਰਾੜ ਦਾ ਹੀ ਜਿਹੜਾ ਇਹ ਕੰਮ ਸੀਗਾ, ਪਰ ਕਿਉਂਕਿ ਬਿਸ਼ਨੋਈ ਤੇ ਬਰਾੜ ਇੱਕ ਹਿਸਾਬ ਦੇ ਨਾਲ, ਬਰਾੜ ਦਾ ਤਾਂ ਪਤਾ ਨਹੀਂ ਵੀ ਕਿਹੜੇ ਪਾਸੇ ਉਹ ਹੈਗਾ ਆ, ਉਹ ਵੱਖ-ਵੱਖ ਚੀਜ਼ਾਂ ਜਿਹੜੀਆਂ ਉਸ ਦੇ ਬਾਰੇ ਆਖਿਆ ਜਿਹੜਾ ਉਹ ਜਾਂਦਾ ਆ, ਪਰ ਬਿਸ਼ਨੋਈ ਤਾਂ ਜਿਹੜੀ ਆ ਉਹ ਗੁਜਰਾਤ ਦੀ ਜੇਲ੍ਹ ਦੇ ਵਿੱਚ ਆ, ਜੋ ਕਿ ਸਿੱਧੀ ਭਾਰਤ ਦੀ ਹੋਮ ਮਿਨਿਸਟਰੀ ਦੇ ਅੰਡਰ ਜਿਹੜੀ ਆਉਂਦੀ ਆ, ਤੇ ਉੱਥੋਂ ਬੈਠਾ ਇੱਕ ਇੰਟਰਨੈਸ਼ਨਲ ਗੈਂਗ ਉਹ ਰਨ ਕਰ ਰਿਹਾ ਆ। RCMP ਨੇ ਵੀ ਇਸ ਚੀਜ਼ ਦੀ ਪੁਸ਼ਟੀ ਕੀਤੀ ਹੋਈ ਆ ਵੀ ਜਿਹੜਾ ਬਿਸ਼ਨੋਈ ਗੈਂਗ ਆ ਉਹ ਭਾਰਤ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ ਚੱਲਦਾ ਹੈਗਾ ਆ। ਸੋ ਇਹ ਤਾਰਾਂ ਆਪਸ ਦੇ ਵਿੱਚ ਜੁੜ ਕੇ ਸਿੱਧੀ ਇਸ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਲ ਜਿਹੜੀ ਉਹ ਜੋੜਦੀ ਆ। ਸੋ ਇਹ ਚੀਜ਼ ਦੇ ਉੱਤੇ ਜਿਹੜਾ ਉਹ ਕਾਫੀ ਜ਼ੋਰਦਾਰ ਮੰਗ ਜਿਹੜੀ ਉਹ ਹੋਈ ਵੀ ਸਿੱਖਾਂ ਨੂੰ ਆਪੋ ਆਪਣੇ ਪੱਧਰ ਦੇ ਉੱਤੇ, ਜਥੇਬੰਦਕ ਤੌਰ ਦੇ ਉੱਤੇ, ਇੰਡੀਵਿਜੂਅਲ ਤੌਰ ਦੇ ਉੱਤੇ ਦੋ ਤਿੰਨ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਜਿਹੜੀਆਂ ਉਹ ਚਾਹੀਦੀਆਂ। ਇੱਕ ਤਾਂ ਇਹ ਵੀ ਇੰਡੀਵਿਜੂਅਲ ਤੌਰ ਦੇ ਉੱਤੇ ਤੇ ਸਮੂਹ ਜਥੇਬੰਦਕ ਤੌਰ ਦੇ ਉੱਤੇ ਇਹਨਾਂ ਨੂੰ ਜਿਹੜਾ ਇੱਕ ਚਿੱਠੀ ਆ ਉਹ ਲਿਖਣੀ ਚਾਹੀਦੀ ਆ ਧੰਨਵਾਦ ਕਰਨ ਦੇ ਲਈ DOJ ਤੇ FBI ਦਾ ਤੇ ਐਡਮਿਨਿਸਟ੍ਰੇਸ਼ਨ ਦਾ, ਜਿਨ੍ਹਾਂ ਨੇ ਇਸ ਕਾਲੀਆਂ ਕਰਤੂਤਾਂ ਦਾ ਪਰਦਾਫਾਸ਼ ਕੀਤਾ ਤੇ ਇਹ ਲੋਕ ਇੰਡਾਈਟ ਕੀਤੇ ਆ। ਅੱਜ ਦੀ ਲੇਟੈਸਟ ਖਬਰ ਇਹ ਵੀ ਸੀਗੀ ਵੀ ਬਿਸ਼ਨੋਈ ਤੇ ਜਿਹੜਾ ਨਾਗਰਾ ਆ SHO, ਉਸ ਦੀ ਹਵਾਲਗੀ ਲੈਣ ਦੀ ਜਿਹੜੀ ਅਧਿਕਾਰਤ ਕਾਰਵਾਈ ਆ ਉਸ ਨੂੰ ਸ਼ੁਰੂ ਕੀਤਾ ਜਾ ਰਿਹਾ ਹੈਗਾ ਆ ਵੀ ਇਹਨਾਂ ਦੀ ਜਿਹੜੀ ਹਵਾਲਗੀ ਆ ਉਹ ਅਮਰੀਕਾ ਦੇ ਵਿੱਚ ਲਈ ਜਾਵੇ। ਪਰ ਇਹ ਸਾਰੇ ਕਾਸੇ ਦੇ ਵਿੱਚ ਭਾਰਤ ਬਚ ਨਾ ਜਾਵੇ, ਬਚਣ ਤੋਂ ਭਾਵ ਵੀ ਉਹ ਆਪਣੇ ਆਪ ਨੂੰ ਬਚਾ ਜਿਹੜਾ ਉਹ ਇਸ ਪੱਖ ਤੋਂ ਨਾ ਕਰ ਜਾਵੇ ਵੀ ਨਹੀਂ ਜੀ ਇਹ ਤਾਂ ਸਿਰਫ ਗੈਂਗਸ ਦਾ ਕੰਮ ਆ, ਸਾਡਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ। ਸੋ ਇੱਥੇ ਕਹਿੰਦੇ ਵੀ ਆਪਣੀ ਜਿਹੜੀਆਂ ਜਥੇਬੰਦੀਆਂ ਦੀ ਇਹ ਹੁਣ ਕੋਸ਼ਿਸ਼ ਨਾਲ ਦੇ ਨਾਲ ਹੋਣੀ ਚਾਹੀਦੀ ਆ ਵੀ ਇਸ ਚੀਜ਼ ਦਾ ਜਿਹੜਾ ਖੁਲਾਸਾ ਆ, ਪਰਦਾਫਾਸ਼ ਆ, ਉਹ ਕੀਤਾ ਜਿਹੜਾ ਹੋ ਜਾਵੇ। ਦੂਜੇ ਪੱਧਰ ਦੇ ਉੱਤੇ ਦੂਜੀ ਚੀਜ਼ ਜਿਹੜੀ ਇਹ ਗੱਲ ਹੋਈ ਵੀ ਗੁਰੂ ਘਰਾਂ ਦੇ ਵਿੱਚ FBI ਦੇ ਇਹਨਾਂ ਲੋਕਾਂ ਦੇ ਵਾਂਟਡ ਪੋਸਟਰਸ ਲਾਉਣ ਦੀ ਜਿਹੜੀ ਚਰਚਾ ਆ ਉਹ ਜਿਹੜੀ ਉਹ ਛਿੜੀ ਆ। FBI ਦੇ ਨੰਬਰ ਉੱਥੇ ਸ਼ੇਅਰ ਹੋਣੇ ਚਾਹੀਦੇ ਜਿੱਥੇ ਸੰਗਤ ਨੂੰ ਇਹ ਉਤਸ਼ਾਹ ਆਖਿਆ ਜਾਵੇ, ਪ੍ਰੇਰਨਾ ਦਿੱਤੀ ਜਾਵੇ ਵੀ ਜੇ ਤੁਹਾਡੇ ਨਾਲ ਵੀ ਕੋਈ ਐਕਸਟੋਰਸ਼ਨ, ਤੁਹਾਨੂੰ ਧਮਕਾਉਣ ਜਾਂ ਇਦਾਂ ਦੀਆਂ ਚੀਜ਼ਾਂ ਹੋਈਆਂ ਆ ਤਾਂ ਤੁਸੀਂ FBI ਦੇ ਇਹਨਾਂ ਟਿਪ ਨੰਬਰ ਦੇ ਉੱਤੇ ਸੰਪਰਕ ਕਰਕੇ ਆਪਣੇ ਨਾਲ ਜੋ ਵਾਪਰਿਆ ਆ ਉਹ ਤੁਸੀਂ ਉਹਨਾਂ ਦੇ ਨਾਲ ਸ਼ੇਅਰ ਕਰੋ। ਇਹਦੇ ਨਾਲ ਜਿਹੜਾ ਕੇਸ ਆ ਹੋਰ ਜ਼ਿਆਦਾ ਸਟਰੋਂਗ ਬਣਦਾ ਆ ਭਾਰਤ ਸਰਕਾਰ ਦੇ ਉਲਟ ਤੇ ਇਹਨਾਂ ਜਿਹੜੇ ਭਾਰਤ ਸਰਕਾਰ ਦੇ ਕਰਿੰਦਿਆਂ ਦੇ ਜਿਹੜੇ ਉਹ ਉਲਟ। ਸੋ ਇਹ ਚਰਚਾ ਜਿਹੜੀ ਉਹ ਨਾਲ ਦੇ ਨਾਲ ਚੱਲੀ। ਨਾਲ ਇਹ ਵੀ ਜਿਹੜੀ ਹਰਜੋਤ ਸਿੰਘ ਜੀ ਚਰਚਾ ਜਿਹੜੀ ਉਹ ਛਿੜੀ ਵੀ ਜਿਹੜਾ ਗੈਂਗਸਟਰ ਖਾਸ ਕਰਕੇ ਜਿਹੜੇ ਗੋਲਡੀ ਬਰਾੜ ਆ ਵੀ ਕੀ ਉਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤਲਬ ਕੀਤਾ ਜਾ ਸਕਦਾ ਹੈ ਜਾਂ ਉਸ ਨੂੰ ਸੂਚਨਾ ਉੱਥੋਂ ਦਿੱਤੀ ਜਿਹੜੀ ਜਾ ਸਕਦੀ ਹੈ ਵੀ ਜਿਹੜੇ ਕੌਮੀ ਪਰਵਾਨੇ ਨੇ ਭਾਈ ਨਿੱਜਰ, ਉਹਨਾਂ ਦੇ ਕਤਲ ਦੇ ਵਿੱਚ ਤੇਰਾ ਨਾਮ ਕਿਸ ਤਰੀਕੇ ਦੇ ਨਾਲ ਆਇਆ, ਕਿਉਂਕਿ ਉਹਦੇ ਪਹਿਲੋਂ ਬਿਆਨ ਆਉਂਦੇ ਰਹੇ ਵੀ ਮੈਂ ਇਦਾਂ ਦਾ ਕੋਈ ਕੰਮ ਨਹੀਂ ਕਰ ਸਕਦਾ। ਤੇ ਉਸ ਤੋਂ ਬਾਅਦ ਦੇ ਵਿੱਚ ਇਸ ਇੰਡਾਈਟਮੈਂਟ ਦੇ ਵਿੱਚ ਨਾਮ ਆਉਣਾ, ਉੱਥੇ ਤਾਰਾਂ ਜਿਹੜੀਆਂ ਜੁੜਨੀਆਂ ਵੀ ਉਹਦੇ ਬਾਰੇ ਜਿਹੜਾ ਆ ਉਹ ਸਵਾਲ ਉਸ ਨੂੰ ਕੀ ਹੋ ਸਕਦਾ ਆ। ਇਹ ਕਿਉਂਕਿ ਪਹਿਲਾਂ ਤਾਂ ਇਹ ਮੰਨਿਆ ਜਾਂਦਾ ਸੀਗਾ ਵੀ ਉਸਨੇ ਵਾਲ ਕੱਟੇ ਹੋਏ ਆ, ਸੋ ਇਸ ਲਈ ਉਸ ਨੂੰ ਤਲਬ ਤਾਂ ਨਹੀਂ ਕੀਤਾ ਜਾ ਸਕਦਾ। ਪਰ ਹੁਣ ਇਹ ਵੀ ਸੁਣਨ ਦੇ ਵਿੱਚ ਕਹਿੰਦੇ ਵੀ ਆ ਰਿਹਾ ਆ ਵੀ ਸ਼ਾਇਦ ਉਸਨੇ ਜਿਹੜੇ ਆ ਉਹ ਵਾਲ ਰੱਖ ਲਏ ਆ, ਦਾੜੀ ਵੀ ਕਹਿੰਦੇ ਵੀ ਰੱਖੀ। ਇਹ ਸੁਣਨ ਦੇ ਵਿੱਚ ਜਿਹੜੀ ਇਹ ਚੀਜ਼ ਆ ਰਹੀ ਆ। ਸੋ ਜੇ ਇਹ ਐਂਗਲ ਹੈਗਾ ਆ ਤਾਂ ਇਸ ਨੂੰ ਜਿਹੜਾ ਉਹ ਵਿਚਾਰਨ ਦੀ ਕਹਿੰਦੇ ਜ਼ਰੂਰਤ ਆ। ਬਾਕੀ ਤਕਰੀਬਨ ਸਾਰੇ ਜਥੇਬੰਦੀਆਂ ਨੇ ਜਿਹੜੀਆਂ ਉੱਥੇ
ਮੌਜੂਦ ਸੀਗੀਆਂ। ਉਹਨਾਂ ਨੇ ਇਹਨਾਂ ਸੁਝਾਵਾਂ ਦੇ ਉੱਤੇ ਜਿਹੜੀ ਆ ਉਹ ਜ਼ੋਰਦਾਰ ਤਰੀਕੇ ਦੇ ਨਾਲ ਆਖਿਆ ਵੀ ਹਾਂ ਆਪਾਂ ਇਸ ਦੇ ਵਿੱਚ ਅੱਗੇ ਹੋਰ ਜਿਹੜੇ ਪੁਖਤਾ ਕਦਮ ਆ ਉਹ ਚੱਕਣ ਦੀ ਜ਼ਰੂਰਤ ਆ। ਤੇ ਨਾਲ ਇਹ ਵੀ ਗੱਲ ਆ ਵੀ ਆਪਸੀ ਜਿਹੜੇ ਮਤਭੇਦ ਆ ਉਹਨਾਂ ਨੂੰ ਲਾਂਭੇ ਕਰਦੇ ਹੋਏ ਇਸ ਕੌਮੀ ਕਾਰਜ ਦੇ ਵਿੱਚ ਸਾਰੇ ਜਾਣੇ ਫੋਕਸ ਕਰਕੇ ਇਹ ਮੌਕਾ ਆ ਵੀ ਲੋਹਾ ਗਰਮ ਹਥੌੜਾ ਮਾਰਨ ਦੀ ਜਿਹੜੀ ਉਹ ਇਸ ਟਾਈਮ ਤੁਹਾਨੂੰ ਜ਼ਰੂਰਤ ਆ, ਇਹ ਪੇਸ਼ ਕਰਨ ਦੀ ਜਿਹੜੀ ਉਹ ਜ਼ਰੂਰਤ ਆ ਵੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਭਾਰਤ ਦੀ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ ਹੀ ਉਸ ਦੀ ਇੱਕ ਸ਼ਾਖਾ, ਉਸ ਦੀ ਇੱਕ ਬ੍ਰਾਂਚ ਦੇ ਰੂਪ ਦੇ ਵਿੱਚ ਆਪਾਂ ਨੂੰ ਨਜ਼ਰ ਆ ਰਿਹਾ ਆ। ਸੋ ਜਿਨ੍ਹਾਂ ਨੇ ਵੀ ਉਸ ਦੇ ਵਿੱਚ ਸ਼ਿਰਕਤ ਕੀਤੀ, ਹਿੱਸਾ ਲਿਆ, ਆਪਣੇ ਵਿਚਾਰ ਸਾਂਝੇ ਕੀਤੇ, ਸਾਰਿਆਂ ਦਾ ਜਿਹੜਾ ਉਹ ਧੰਨਵਾਦ। ਈਸਟ ਕੋਸਟ ਜਿਹੜੀ ਕਮੇਟੀ ਆ ਜਿਹਦੇ ਵਿੱਚ ਹਿੰਮਤ ਸਿੰਘ ਹੁਣੀ, ਉਹਨਾਂ ਨੇ ਡਾਕਟਰ ਪ੍ਰਿਤਪਾਲ ਸਿੰਘ, ਹੋਰ ਬਹੁਤ ਸਾਰੇ ਵੈਸਟ ਸੈਕਰਾਮੈਂਟੋ ਗੁਰਦੁਆਰਾ ਤੋਂ ਨਰਿੰਦਰ ਸਿੰਘ ਥਾਂਦੀ, ਸਟਾਕਟਨ ਗੁਰਦੁਆਰਾ ਸਾਹਿਬ, ਫਰੀਮੌਂਟ ਗੁਰਦੁਆਰਾ ਸਾਹਿਬ ਤੋਂ ਜਸਵਿੰਦਰ ਸਿੰਘ ਜੰਡੀ ਜੀ ਤੇ ਹੋਰ ਹਰਵਿੰਦਰ ਸਿੰਘ ਕੰਗ, ਹੋਰ ਸਾਰੇ ਜਾਣਿਆਂ ਨੇ ਇਸ ਦੇ ਵਿੱਚ ਜਿਹੜਾ ਉਹ ਹਿੱਸਾ ਲਿਆ। ਅਮਰੀਕਾ ਦੇ ਵੱਖ-ਵੱਖ ਗੁਰੂ ਘਰਾਂ ਤੋਂ, ਵੱਖ-ਵੱਖ ਥਾਵਾਂ ਤੋਂ ਜਿਹੜਾ ਉਹ ਹਿੱਸਾ ਲਿਆ। ਇੰਡੀਆਨਾ ਤੋਂ ਆਪਾਂ ਦੇਖਿਆ ਵੀ ਜਾਫੀ ਸਿੰਘ ਹੁਣੀ ਵੀ ਜਿਹੜੇ ਉਸ ਦੇ ਵਿੱਚ ਜਿਹੜੇ ਉਹ ਜੁੜੇ ਸੀਗੇ। ਸੋ ਸਾਰਿਆਂ ਨੇ ਆਪੋ ਆਪਣੇ ਜਿਹੜੇ ਵਿਚਾਰ ਇਸ ਦੇ ਵਿੱਚ ਸਾਂਝੇ ਕੀਤੇ ਤੇ ਸਾਂਝੇ ਤੌਰ ਦੇ ਉੱਤੇ ਇਸ ਦੇ ਉੱਤੇ ਠੋਸ ਕਦਮ ਜਲਦੀ ਤੋਂ ਜਲਦੀ ਚੱਕਣ ਦੀ ਹਰ ਇੱਕ ਨੇ ਹਮਾਇਤ ਕੀਤੀ ਜੀ। ਸੋ ਬਹੁਤ ਵਧੀਆ ਆ। ਸੋ ਹੋਪਫੁਲੀ ਜਲਦੀ ਤੋਂ ਜਲਦੀ ਇਹਨਾਂ ਦੇ ਉੱਤੇ ਜਿਹੜਾ ਆ ਐਕਸ਼ਨ ਲਿਆ ਜਾਊਗਾ, ਲੈਟਰ ਲਿਖਿਆ ਜਾਊਗਾ ਕਾਂਗਰਸਮੈਨ, ਸੈਨੇਟਰ ਜਾਂ ਡਿਪਾਰਟਮੈਂਟ ਆਫ ਜਸਟਿਸ ਨੂੰ ਤੇ FBI ਨੂੰ। ਸੋ ਸਾਰੇ ਹੀ ਗੁਰੂ ਘਰਾਂ ਨੂੰ ਬੇਨਤੀ ਆ ਕਿ ਇਹਦੇ ਵਿੱਚ ਸਪੋਰਟ ਕਰੋ, ਆਪਣੇ ਆਪਣੇ ਗੁਰੂ ਘਰਾਂ 'ਚ ਪੋਸਟਰ ਲਾਓ ਉਹਨਾਂ ਦੇ। ਮੇਰੇ ਖਿਆਲ ਨਾਲ ਪੋਸਟਰ ਵੀ ਉਹ ਕਮੇਟੀ ਜਾਰੀ ਕਰੂਗੀ ਕਿਉਂਕਿ FBI ਨੇ ਆਲਰੇਡੀ ਜਾਰੀ ਕੀਤਾ ਹੋਇਆ ਫੋਟੋਆਂ ਲਾ ਕੇ। ਸੋ ਉਹੀ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ, ਜੇ ਕਿਸੇ ਨੂੰ ਪਤਾ ਹੋਵੇ ਇੱਥੇ ਉਹ ਜਿੱਥੇ ਕਿਤੇ ਵੀ ਕੋਈ ਬੰਦੇ ਜਿਹੜੇ ਵਾਂਟਡ ਆ ਉਹ FBI ਨੂੰ ਦੱਸੇ ਜਾ ਸਕਣ। ਦੂਸਰੇ ਪਾਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਹੋਣਾ ਦੀ ਤੇ ਹੋਰ ਸ਼ਹੀਦਾਂ ਦੀ ਯਾਦ ਦੇ ਵਿੱਚ ਹਰੀਕੇ ਪੱਤਣ ਅਰਦਾਸ ਰੱਖੀ ਗਈ ਹੈ ਜੁਲਾਈ 14 ਨੂੰ। ਸੋ ਉੱਥੇ ਸਿੱਖ ਸੰਗਤਾਂ ਬਹੁਤ ਵੱਡੀ ਗਿਣਤੀ 'ਚ ਪਹੁੰਚ ਰਹੀਆਂ। ਬਾਹਰਲੇ ਗੁਰੂ ਘਰਾਂ 'ਚ ਵੀ ਇਹ ਪ੍ਰਬੰਧ ਹੋ ਰਿਹਾ। ਫਰੀਮੌਂਟ ਗੁਰਦੁਆਰਾ ਸਾਹਿਬ ਤੋਂ ਕਾਲ ਆਈ ਸੀ ਤੇ ਕੱਲ ਨੂੰ ਜੁਲਾਈ 14 ਨੂੰ ਸ਼ਾਮ ਨੂੰ 4 ਤੋਂ 6 ਵਜੇ ਸੁਖਮਨੀ ਸਾਹਿਬ ਦੇ ਪਾਠ ਤੇ ਉਹ ਤੋਂ ਬਾਅਦ ਜਿਹੜੀ ਆ ਅਰਦਾਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤੇ ਹੋਰ ਜਿਹੜੇ ਸ਼ਹੀਦ ਜਿਹੜੇ ਆਪਣੇ ਜਿੰਨੇ ਵੀ ਨੌਜਵਾਨ ਵੀਰ ਭੈਣ ਬਜ਼ੁਰਗ ਸ਼ਹੀਦ ਕੀਤੇ ਗਏ ਉਹਨਾਂ ਦੀ ਯਾਦ ਦੇ ਵਿੱਚ ਅਰਦਾਸ ਹੋਣੀ ਹੈ ਫਰੀਮੌਂਟ ਗੁਰੂ ਘਰ ਦੇ ਵਿੱਚ। ਸੋ ਉੱਥੇ ਵੀ ਵੱਧ ਤੋਂ ਵੱਧ ਪਹੁੰਚੋ ਕੱਲ ਸ਼ਾਮ ਨੂੰ ਜੁਲਾਈ 14 ਨੂੰ 4 ਤੋਂ 6। ਹੋਰ ਵੀ ਗੁਰੂ ਘਰ ਜਿਹੜੇ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਆਪਣੇ ਆਪਣੇ ਗੁਰੂ ਘਰ ਦੇ ਵਿੱਚ ਕੋਸ਼ਿਸ਼ ਕਰੋ ਉਹਨਾਂ ਦੀ ਯਾਦ ਦੇ ਵਿੱਚ ਕੱਲ ਨੂੰ। ਜੇ ਪੰਜਾਬ ਦੇ ਵਿੱਚ ਜਥੇਦਾਰ ਸਾਹਿਬ ਅਕਾਲ ਤਖਤ ਵੱਲੋਂ ਹੁਕਮ ਹੋਇਆ ਉੱਥੇ ਅਰਦਾਸ ਹੋ ਰਹੀ ਤੇ ਬਾਕੀ ਬਾਹਰ ਦੁਨੀਆ ਦੇ ਮੁਲਕਾਂ ਵਿੱਚ ਵੀ ਏਦਾਂ ਹੀ ਜਿਹੜੀ ਅਰਦਾਸ ਆ ਉਹ ਹੋਣੀ ਚਾਹੀਦੀ ਹੈ। ਬਾਕੀ ਬੀਬੀ ਖਾਲੜਾ ਜੀ ਨੇ ਜਿਹੜਾ ਹਰਜੋਤ ਸਿੰਘ ਜੀ ਪ੍ਰੈਸ ਨੋਟ ਜਾਰੀ ਕਰਦੇ ਹੋਏ ਤਿੰਨੇ ਹੀ ਜਿਹੜੀਆਂ ਪਾਰਟੀਆਂ ਉਸ ਟਾਈਮ ਮੌਜੂਦਾ ਪਾਰਟੀ ਸੀਗੀ ਜਿਸ ਟਾਈਮ ਦੇ ਉੱਤੇ ਸ਼ਹੀਦ ਖਾਲੜਾ ਜੀ ਨੇ ਇਹ ਸਾਰੀਆਂ 25,000 ਲਵਾਰਸ ਲਾਸ਼ਾਂ ਦਾ ਲੇਖਾ ਜੋਖਾ ਜਿਹੜਾ ਉਹ ਕੱਢਿਆ ਸੀਗਾ, ਉਹ ਕਾਂਗਰਸ ਦੀ ਜਿਹੜੀ ਸਰਕਾਰ ਆ ਮੌਜੂਦਾ ਜਿਹੜੀ ਧਿਰ ਉਹ ਤੇ ਅਕਾਲੀ ਦਲ, ਉਹਨਾਂ ਨੇ ਇਹ ਵੀ ਕਿਹਾ ਵੀ ਉਸ ਟਾਈਮ ਦੇ ਉੱਤੇ ਸਾਨੂੰ ਇਹੀ ਜਿਹੜਾ ਕਹੀ ਜਾਂਦਾ ਰਿਹਾ ਵੀ ਕਾਹਲੀ ਕਰ ਗਏ ਖਾਲੜਾ ਜੀ, ਆਪਣਾ ਜਦੋਂ ਰਾਜ ਆਊਗਾ ਫਿਰ ਆਪਾਂ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰਾਂਗੇ। ਸੋ ਸਾਰੀਆਂ ਚੀਜ਼ਾਂ ਉਹਨਾਂ ਨੇ ਕਾਫੀ ਐਕਸਪੋਜ਼ ਵੀ ਜਿਹੜੀਆਂ ਹਰਜੋਤ ਸਿੰਘ ਜੀ ਇਸ ਦੇ ਵਿੱਚ ਜਿਹੜੀਆਂ ਉਹ ਕੀਤੀਆਂ ਵੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਉਸ ਟਾਈਮ ਦੇ ਉੱਤੇ ਜਿਹੜਾ ਉਹ ਵਾਪਰਿਆ ਹੈਗਾ ਆ। ਸੋ ਉਹਨਾਂ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜੀ ਤੇ ਉਹਨਾਂ ਦੀ ਜਿਹੜੀ ਸਪੁੱਤਰੀ ਨਵਕਿਰਨ ਕੌਰ ਖਾਲੜਾ ਇਸ ਟਾਈਮ ਉੱਥੋਂ ਦੇ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੀ ਵੱਖ-ਵੱਖ ਅਦਾਰਿਆਂ ਦੇ ਨਾਲ ਗੱਲਬਾਤ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪੇਸ਼ ਜਿਹੜੀਆਂ ਉਹ ਕਰ ਰਹੇ ਹੈਗੇ ਆ। ਤੇ ਜੇ ਤੁਸੀਂ ਦੇਖੋ ਵੀ ਉਸ ਮੂਵੀ ਦੇ ਆਉਣ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਉਹ ਦੇਖਿਆ ਆ ਵੀ ਬਹੁਤ ਜ਼ਿਆਦਾ ਜਿਹੜੀ ਚਰਚਾ ਆ ਸ਼ਹੀਦ ਖਾਲੜਾ ਜੀ ਦੀ ਤੇ ਉਹ ਲਵਾਰਸ ਲਾਸ਼ਾਂ ਦੀ ਜਿਹੜੀ ਇਸ ਟਾਈਮ ਚੱਲ ਰਹੀ ਹੈਗੀ ਆ। ਤੇ ਭਾਰਤੀ ਸਰਕਾਰ ਦੇ ਆਪਣੇ ਜਿਹੜੇ ਬੰਦੇ ਆ ਉਹ ਇਹ ਉਹਨਾਂ ਦੇ ਟਵੀਟ ਜਾਂ ਉਹਨਾਂ ਦੇ ਉਹ ਬਿਆਨ ਆ ਰਹੇ ਆ ਵੀ ਜਿਨ੍ਹਾਂ ਫੈਕਟਸ ਤੋਂ ਅਸੀਂ ਲੋਕਾਂ ਨੂੰ ਕਈ ਦਹਾਕੇ ਤੱਕ ਦੂਰ ਜਿਹੜਾ ਉਹ ਰੱਖਿਆ ਸੀਗਾ ਉਹ ਹੌਲੀ-ਹੌਲੀ ਇਸ ਦੇ ਨਾਲ ਜਿਹੜੇ ਉਹ ਬਾਹਰ ਆ ਰਹੇ ਹੈਗੇ ਆ। ਤੇ ਆਪਾਂ ਦੇਖ ਹੀ ਰਹੇ ਆ ਵੀ ਉਸ ਬੁੱਚੜ ਮੁੱਖ ਮੰਤਰੀ ਦੇ ਜਿਹੜਾ ਪੋਤਾ ਹੈ ਉਹ ਕਿਸ ਤਰੀਕੇ ਦੇ ਨਾਲ ਤੜਫਿਆ ਜਿਹੜਾ ਉਹ ਇਸ ਟਾਈਮ ਪਿਆ ਹੈਗਾ ਆ ਜੀ। ਅਗਲੀਆਂ ਖਬਰਾਂ ਵਿੱਚ ਚਲੀਏ ਤੇ UK ਤੇ ਯੂਰਪ ਦੇ ਕਈ ਮੁਲਕਾਂ ਦੇ ਵਿੱਚ ਜਿਹੜੀ ਗਰਮੀ ਆ ਉਹਦੇ ਕਰਕੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਰਿਹਾ। 2700 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ UK ਦੇ ਵਿੱਚ।
ਮਈ ਤੇ ਜੂਨ ਦੇ ਵਿੱਚ ਜਿਹੜੀ ਹੀਟ ਵੇਵ ਆਈ ਆ। ਇੰਗਲੈਂਡ ਦੇ ਵਿੱਚ ਕਹਿੰਦੇ ਮਈ 'ਚ ਟੈਂਪਰੇਚਰ 35.1 ਡਿਗਰੀ ਸੈਂਟੀਗ੍ਰੇਡ ਤੇ 37.7 ਡਿਗਰੀ ਸੈਂਟੀਗ੍ਰੇਡ ਜੂਨ ਮਹੀਨੇ ਦੇ ਵਿੱਚ ਪਹੁੰਚ ਗਿਆ ਹੈ। ਉੱਥੇ ਬਹੁਤ ਸਾਰੇ ਘਰਾਂ ਦੇ ਵਿੱਚ ਏਅਰ ਕੰਡੀਸ਼ਨ ਨਹੀਂ ਲਾਏ ਜਾਂਦੇ ਕਿਉਂਕਿ ਪਹਿਲਾਂ ਇੰਨੀ ਗਰਮੀ ਹੁੰਦੀ ਨਹੀਂ ਸੀ। ਸੋ 550 ਦੇ ਕਰੀਬ ਜਿਹੜੀਆਂ ਹੀਟ ਰਿਲੇਟਡ ਮੌਤਾਂ ਹੈਗੀਆਂ ਆ ਉਹ ਮਈ 21 ਤੋਂ ਲੈ ਕੇ ਮਈ 29 ਤਾਈਂ ਹੋਈਆਂ। 2200 ਲੋਕਾਂ ਦੀਆਂ ਮੌਤਾਂ ਜੂਨ 18 ਤੋਂ ਲੈ ਕੇ ਜੂਨ 28 ਤੱਕ ਹੋਈਆਂ ਆ ਤੇ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਿਣਤੀ ਹੋਰ ਵੀ ਬਹੁਤ ਜ਼ਿਆਦਾ ਵੱਧ ਸਕਦੀ ਹੈਗੀ ਆ। ਜਿਹੜੇ ਰਿਸਰਚਰਸ ਹੈਗੇ ਆ ਇੰਪੀਰੀਅਲ ਕਾਲਜ ਆਫ ਲੰਡਨ ਦੇ ਤੇ ਉਹਨਾਂ ਨੇ ਦੱਸਿਆ ਵੀ ਲੰਡਨ ਸਕੂਲ ਆਫ ਹਾਈਜੀਨ ਤੇ ਟ੍ਰੋਪੀਕਲ ਮੈਡੀਸਨ ਵੱਲੋਂ ਜਿੰਨਾ ਵੀ ਵੈਦਰ ਡਾਟਾ ਇਕੱਠਾ ਕੀਤਾ ਗਿਆ, ਕਲਾਈਮੇਟ ਮਾਡਲ ਤੇ ਹੋਰ ਸਟੱਡੀਜ਼ ਕੀਤੀਆਂ ਗਈਆਂ ਆ, ਇਹਦੇ ਨਾਲ ਕਹਿੰਦੇ ਵੀ ਹੋਰ ਵੀ ਗਰਮੀ ਜਿਹੜੀ ਆਉਣ ਦੇ ਚਾਂਸ ਬਹੁਤ ਜ਼ਿਆਦਾ ਹੈਗੇ ਆ। ਯੂਕੇ ਤੇ ਯੂਰਪ ਦਾ ਬਹੁਤ ਸਾਰਾ ਜਿਹੜਾ ਹਿੱਸਾ ਆ ਉੱਥੇ ਰੈਕਡ ਬ੍ਰੇਕਿੰਗ ਹੀਟ ਇਸ ਸਾਲ ਹੋਈ ਹੈਗੀ ਆ। 95.2 ਡਿਗਰੀ ਫਾਰਨਹਾਈਟ ਮਈ ਦੇ ਵਿੱਚ ਤੇ 99.9 ਡਿਗਰੀ ਫਾਰਨਹਾਈਟ ਇਨ ਜੂਨ ਦੇ ਵਿੱਚ, ਜੇ ਆਪਾਂ ਇੱਧਰ ਦੇ ਹਿਸਾਬ ਦੇ ਨਾਲ ਦੱਸਿਆ ਜਾਵੇ। ਪਰ ਜਦੋਂ ਘਰਾਂ ਦੇ ਵਿੱਚ ਜਾਂ ਆਫਿਸ ਦੇ ਵਿੱਚ ਏਸੀ ਨਾ ਹੋਣ ਤਾਂ ਫਿਰ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਤੇ ਉਹਦੇ ਨਾਲ ਖਾਸ ਕਰਕੇ ਜਿਹੜੇ ਬਜ਼ੁਰਗ ਆ ਉਹਨਾਂ ਦੀ ਬਹੁਤ ਜ਼ਿਆਦਾ ਜਿਹੜੀ ਆ ਉਹ ਮੌਤ ਹੋਈ ਹੈਗੀ ਆ। ਇਹ ਜਿਹੜੀ ਰਿਪੋਰਟ ਆਈ ਆ ਇਹ এনवायरमेंट ਨੂੰ ਲੈ ਕੇ ਇਹ ਐਸਟੀਮੇਟ ਕਰ ਰਹੀ ਆ ਵੀ 92% ਜਿਹੜੇ ਬ੍ਰਿਟਿਸ਼ ਹੋਮਸ ਆ ਉਹ ਬਹੁਤ ਗਰਮ ਹੋਣਗੇ ਸਨ 2050 ਤਾਈਂ। ਸੋ ਜਿਹੜਾ ਕਲਾਈਮੇਟ ਚੇਂਜ ਬਹੁਤ ਤੇਜ਼ੀ ਦੇ ਨਾਲ ਵਾਪਰ ਰਿਹਾ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਆਈਸ ਦੇ ਨਾਲ ਸੰਬੰਧਿਤ ਇਹ ਜਿਹੜੀ ਖਬਰ ਆ ਰਹੀ ਆ ਹੁਣ ਸਟੇਟ ਆਫ ਮੇਨ ਤੋਂ ਇਹ ਪਤਾ ਲੱਗ ਰਿਹਾ ਹੈ। ਉੱਥੋਂ ਦੇ ਸਟੇਟ ਦੇ ਹਾਊਸ ਦੇ ਸਪੀਕਰ ਇਹ ਦਾਵਾ ਕਰ ਰਹੇ ਆ, ਕਥਿਤ ਤੌਰ ਤੇ ਕਹਿ ਰਹੇ ਆ ਵੀ ਬਿਡਫੋਰਡ ਕਰਕੇ ਜਿਹੜਾ ਉੱਥੇ ਇਲਾਕਾ ਆ ਉੱਥੇ ਆਈਸ ਦੀ ਗੋਲੀ ਦੇ ਨਾਲ ਇੱਕ ਹੋਰ ਜਾਣੇ ਦੀ ਹੁਣ ਮੌਤ ਹੋਈ ਆ। ਅਜੇ ਰੀਸੈਂਟਲੀ ਮੈਕਸੀਕਨ ਮੂਲ ਦਾ ਜਿਹੜਾ ਬੰਦਾ ਕਤਲ ਆਈਸ ਦੇ ਹੱਥੋਂ ਜਿਹੜਾ ਹੋਇਆ ਸੀ, ਜੋ ਕਿ ਕਹਿੰਦੇ ਜੀ ਬੰਦਾ ਉਹ ਸੀਗਾ ਹੀ ਨਹੀਂ ਜਿਹਨੂੰ ਇਹਨੇ ਫੜਨ ਜਾਣਾ ਸੀਗਾ, ਤੇ ਬਾਅਦ ਦੇ ਵਿੱਚ ਇਹ ਇਹਨਾਂ ਨੇ ਦਾਵਾ ਕੀਤਾ ਵੀ ਉਹ ਤਾਂ ਗੱਡੀ ਚੜ੍ਹਨ ਲੱਗਾ ਸੀ, ਜੋ ਉੱਥੋਂ ਦੇ ਚਸ਼ਮਦੀਦ ਗਵਾਹਾਂ ਨੇ ਨਕਾਰਿਆ ਹੈਗਾ ਆ। ਇਹਨਾਂ ਨੇ ਆਪਣੇ ਕੈਮਰੇ ਕੂਮਰੇ ਵੀ ਜਿਹੜੇ ਉਹ ਬੰਦ ਰੱਖੇ ਸੀਗੇ। ਸੋ ਹਾਲ ਦੀ ਘੜੀ ਉਹ ਸ਼ੂਟਿੰਗ ਦੀ ਵੀਡੀਓ ਤਾਂ ਜਿਹੜੀ ਉਹ ਸਾਹਮਣੇ ਨਹੀਂ ਆਏਗੀ, ਪਰ ਹੁਣ ਇਹ ਮੇਨ ਤੋਂ ਇਹ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਹ ਸਾਹਮਣੇ ਆ ਰਹੀ ਆ। ਉੱਥੋਂ ਦੇ ਜਿਹੜੇ ਸਪੀਕਰ ਹਾਊਸ ਦੇ ਰਾਇਨ ਫੈਕਟਿਊ ਉਹਨਾਂ ਨੇ ਕਿਹਾ ਵੀ ਇੱਕ ਬੰਦੇ ਦੀ ਜਿਹੜੀ ਉਹ ਮੌਤ ਹੋਈ ਹੈਗੀ ਆ ਤੇ ਅਥਾਰਟੀਜ਼ ਕਹਿੰਦੇ ਵੀ ਇਸ ਟਾਈਮ ਸੀਨ ਦੇ ਉੱਤੇ ਪਹੁੰਚੀਆਂ ਹੈਗੀਆਂ ਆ ਉਸ ਸ਼ੂਟਿੰਗ ਨੂੰ ਜਿਹੜਾ ਆ ਇਨਵੈਸਟੀਗੇਟ ਕਰਨ ਦੇ ਲਈ। ਸੋ ਇਹ ਇੱਕ ਹਰਜੋਤ ਸਿੰਘ ਜੀ ਇੱਕ ਹੋਰ ਮਾਮਲਾ ਆਈਸ ਦੇ ਨਾਲ ਇਨਵੋਲਵਡ ਸ਼ੂਟਿੰਗ ਦੇ ਵਿੱਚ ਸਾਹਮਣੇ ਆਇਆ ਆ। ਇਹ ਉਹਨਾਂ ਨੇ ਨਹੀਂ ਦੱਸਿਆ ਵੀ ਇਹ ਜਿਹੜਾ ਮਰਨ ਵਾਲਾ ਉਹ ਅਮਰੀਕਨ ਸਿਟੀਜ਼ਨ ਸੀਗਾ, ਇਮੀਗ੍ਰੈਂਟ ਸੀਗਾ, ਇਲੀਗਲ ਇਮੀਗ੍ਰੈਂਟ ਸੀ ਜਾਂ ਕੌਣ ਸੀਗਾ, ਪਰ ਕਹਿੰਦੇ ਵੀ ਪੁਲਿਸ ਡਿਪਾਰਟਮੈਂਟ ਬਿਡਫੋਰਡ ਮੇਨ ਤੋਂ ਉਹਨਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਆਈਸ ਪਰਸਨਲ ਇਨਵੋਲਵਿੰਗ ਇਨਸੀਡੈਂਟ ਦੇ ਉਹ ਰਿਸਪੌਂਡ ਕਰ ਰਹੇ ਆ। ਉੱਥੋਂ ਦੇ ਪੂਲ ਤੇ ਹਿਲ ਸਟਰੀਟ ਦੀ ਇੰਟਰਸੈਕਸ਼ਨ ਦੇ ਉੱਤੇ ਅੱਜ ਉੱਥੇ ਦੇ ਸਵੇਰ ਦੇ ਹਿਸਾਬ ਦੇ ਨਾਲ ਇਹ ਜਿਹੜੀ ਸ਼ੂਟਿੰਗ ਆ ਉਹ ਵਾਪਰੀ ਆ। ਉੱਥੇ ਦਾ ਇੱਕ ਇਮੀਗ੍ਰੈਂਟ ਐਡਵੋਕੇਸੀ ਗਰੁੱਪ ਪ੍ਰੋਜੈਕਟ ਰਿਲੀਫ ਮੇਨ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਜਿਹੜਾ ਉਹ ਕੀਤਾ। ਉਹ ਕਹਿੰਦੇ ਵੀ ਉਹਨਾਂ ਨੂੰ ਪਤਾ ਆ ਵੀ ਜਿਸ ਬੰਦੇ ਦੀ ਮੌਤ ਹੋਈ ਆ ਤੇ ਅਸੀਂ ਉਹਦੇ ਪਰਿਵਾਰ ਨਾਲ ਤੇ ਜਿਹੜੇ ਕਮਿਊਨਿਟੀ ਮੈਂਬਰਸ ਆ ਉਹਨਾਂ ਦੇ ਨਾਲ ਰਾਬਤੇ ਦੇ ਵਿੱਚ ਹੈਗੇ ਆ। ਸੋ ਉਹਨਾਂ ਨੇ ਕਿਹਾ ਵੀ ਇਹ ਯੰਗ ਪਰਸਨ ਹੈ, ਇਹਦਾ ਮਤਲਬ ਵੀ ਕੋਈ ਉਮਰ ਜ਼ਿਆਦਾ ਨਹੀਂ ਹੋਊਗੀ। ਜਿਹੜੀ ਉਹਨਾਂ ਦੀ ਸਟੇਟਮੈਂਟ ਦਿੱਤੀ ਆ ਵੀ ਯੰਗ ਪਰਸਨ ਦੀ ਕਹਿੰਦੇ ਵੀ ਜ਼ਿੰਦਗੀ ਇੱਕ ਵਾਰੀ ਫੇਰ ਕੱਟ ਸ਼ਾਰਟ ਕਰ ਦਿੱਤੀ ਗਈ ਤੇ ਉਹਨਾਂ ਨੇ ਕਿਹਾ ਵੀ ਸਾਰੀ ਕਮਿਊਨਿਟੀ ਨੂੰ ਇਕੱਠਿਆਂ ਇਸ ਚੀਜ਼ ਦੇ ਵਿੱਚ ਸਟੈਂਡ ਕਰਨਾ ਚਾਹੀਦਾ, ਇਕੱਠੇ ਹੋਣਾ ਚਾਹੀਦਾ ਆ ਤੇ ਇਨਸਾਫ ਦੀ ਮੰਗ ਕਰਨੀ ਚਾਹੀਦੀ ਆ। ਮੇਨ ਦੇ ਜਿਹੜੇ ਗਵਰਨਰ ਜੈਨਟ ਮਿਲਸ ਆ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਇਸ ਸ਼ੂਟਿੰਗ ਦੇ ਬਾਰੇ ਜਾਣਕਾਰੀ ਆਲਰੇਡੀ ਮਿਲ ਚੁੱਕੀ ਆ ਤੇ ਉਹਨਾਂ ਨੇ ਕਿਹਾ ਵੀ ਜਿਹੜੀਆਂ ਸਿਚੁਏਸ਼ਨ ਇਦਾਂ ਦੀਆਂ ਬੜੀਆਂ ਡਰਾਉਣੀਆਂ, ਅਲਾਰਮਿੰਗ ਤੇ ਫਰਾਈਟਨਿੰਗ ਜਿਹੜੀਆਂ ਉਹ ਹੁੰਦੀਆਂ ਆ। ਸੋ ਮੇਨ ਦੀ ਸਟੇਟ ਪੁਲਿਸ ਇਸ ਟਾਈਮ ਕਹਿੰਦੇ ਵੀ ਸੀਨ ਦੇ ਉੱਤੇ ਵਰਕ ਕਰ ਰਹੀ ਹੈ, ਇਨਵੈਸਟੀਗੇਸ਼ਨ 'ਚ ਮਦਦ ਜਿਹੜੀ ਉਹ ਕਰ ਰਹੀ ਆ। ਸਟੇਟ ਦੇ ਆਫਿਸ ਆਫ ਚੀਫ ਮੈਡੀਕਲ ਐਗਜ਼ਾਮੀਨਰ ਤੇ ਫੈਡਰਲ ਅਧਿਕਾਰੀਆਂ ਦੇ ਜਿਹੜੇ ਉਹ ਨਾਲ। ਸੋ ਹਿਊਸਟਨ ਦੀ ਜਿਹੜੀ ਆਪਾਂ ਦੱਸਿਆ ਸੀਗਾ ਵੀ ਮੈਕਸੀਕਨ ਮੂਲ ਦੇ ਉਸ ਬੰਦੇ ਦੀ ਪਿਛਲੇ ਹਫਤੇ ਹੋਈ ਸ਼ੂਟਿੰਗ ਤੋਂ ਬਾਅਦ ਦੇ ਵਿੱਚ ਇਹ ਇੱਕ ਫੇਰ ਸ਼ੂਟਿੰਗ ਆਈਸ ਇਨਵੋਲਵਡ ਆਫੀਸਰਸ ਦੇ ਨਾਲ ਸਾਹਮਣੇ ਆਈ ਹੈਗੀ ਆ ਜੀ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਜਿਹੜੇ ਮਿਲੀਅਨਸ ਆਫ ਅਮਰੀਕਨ ਆ ਉਹ ਹੁਣ ਆਪਣਾ ਕਈ ਕ੍ਰੈਡਿਟ ਕਾਰਡ ਦੇ ਉੱਤੇ ਕਰਜ਼ਾ ਚੱਕ ਰਹੇ ਆ ਤਾਂ ਕਿ ਉਹ ਆਪਣਾ ਫੂਡ ਨੂੰ ਅਫੋਰਡ ਕਰ ਸਕਣ।
ਅਮਰੀਕਾ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਿਹੜੀਆਂ ਫੂਡ ਦੀਆਂ ਕੀਮਤਾਂ ਆ ਉਹ 32% ਵੱਧ ਗਈਆਂ ਆ। 5 ਸਾਲਾਂ ਦੇ ਵਿੱਚ ਜਿਹੜੀਆਂ ਗਰੋਸਰੀ ਦੀ ਕੀਮਤ ਆ ਉਹ 32% ਵੱਧ ਗਈ ਆ। ਕਹਿੰਦੇ ਵੀ ਮੇਕਿੰਗ ਫੂਡ ਅਫੋਰਡੇਬਿਲਟੀ ਇਹ ਟੌਪ ਕੰਸਰਨ ਫॉर ਮੈਨੀ ਅਮਰੀਕਨਸ। ਇਹ ਅਰਬਨ ਇੰਸਟੀਚਿਊਟ ਨੇ ਇੱਕ ਸਰਵੇ ਕੀਤਾ ਜਿਹਦੇ ਵਿੱਚ ਉਹਨਾਂ ਨੇ 7500 ਤੋਂ ਵੱਧ ਜਿਹੜੇ ਅਡਲਟ ਆ 18 ਸਾਲ ਤੋਂ ਲੈ ਕੇ 64 ਸਾਲ ਦੇ ਉਹਨਾਂ ਤੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਇਸ ਵੇਲੇ ਨੰਬਰ 1 ਕੰਸਰਨ ਲੋਕਾਂ ਦਾ ਗਰੋਸਰੀ ਦਾ ਆ ਵੀ ਇੰਨਾ ਜ਼ਿਆਦਾ ਜਿਹੜਾ 5 ਸਾਲਾਂ ਚ 32% ਜਿਹੜਾ ਪ੍ਰਾਈਸਸ ਆ ਉਹ ਵੱਧ ਗਈ ਆ। ਤੁਸੀਂ ਜਦੋਂ ਰੈਸਟੋਰੈਂਟ ਜਾਂਦੇ ਆ ਗਰੋਸਰੀ ਸਟੋਰ ਜਾਂਦੇ ਆ ਤਾਂ ਤੁਸੀਂ ਦੇਖਦੇ ਆ ਵੀ ਕਿੰਨੀ ਜ਼ਿਆਦਾ ਜਿਹੜੀ ਕੀਮਤ ਆ ਉਹ ਵੱਧ ਗਈ ਹੈਗੀ ਆ। ਕਹਿੰਦੇ ਵੀ 25% ਦੇ ਕਰੀਬ ਜਿਹੜੇ ਲੋਕ ਆ ਅਡਲਟ ਲੋਕ ਆ ਉਹ ਕ੍ਰੈਡਿਟ ਕਾਰਡ ਨੂੰ ਹੀ ਹੁਣ ਯੂਜ਼ ਕਰਦੇ ਆ ਗਰੋਸਰੀ ਖਰੀਦਣ ਦੇ ਲਈ ਤੇ ਉਹਨਾਂ ਦਾ ਬੈਲੈਂਸ ਵੀ ਜਿਹੜਾ ਪੇ ਨਹੀਂ ਹੁੰਦਾ ਫੁੱਲ। ਕਈਆਂ ਦੀਆਂ ਪੇਮੈਂਟਾਂ ਮਿਸ ਹੋ ਰਹੀਆਂ ਹੈਗੀਆਂ ਅਰਬਨ ਇੰਸਟੀਚਿਊਟ ਦੇ ਮੁਤਾਬਕ। ਕਈ ਜਿਹੜੇ ਆ ਸਿਰਫ ਬਹੁਤ ਮਿਨੀਮਮ ਪੇਮੈਂਟ ਜਿਹੜੀ ਦੇ ਰਹੇ ਹੈਗੇ ਆ। ਕਹਿੰਦੇ 10 ਵਿੱਚੋਂ ਇੱਕ ਅਡਲਟ ਜਿਹੜਾ ਆ ਉਹ ਇਦਾਂ ਹੁਣ ਐਕਟ ਕਰ ਰਿਹਾ ਵੀ ਹੁਣ ਖਰੀਦਾਂਗੇ ਬਾਅਦ ਦੇ ਵਿੱਚ ਜਿਹੜਾ ਦੇਖੀ ਜਾਊਗੀ ਪੇ ਕਰਨ ਦੇ ਲਈ। ਤੇ ਥਰਡ ਕਹਿੰਦੇ 10 ਵਿੱਚੋਂ ਤੀਜਾ ਬੰਦਾ ਜਿਹੜਾ ਉਹ ਪੇਮੈਂਟਾਂ ਮਿਸ ਕਰ ਰਿਹਾ ਹੈਗਾ। ਇਹ ਸੀਬੀਐਸ ਨੇ ਅੱਜ ਕਾਫੀ ਵੱਡੀ ਜਿਹੜੀ ਰਿਪੋਰਟ ਆ ਇਹਦੇ ਸੰਬੰਧ ਦੇ ਵਿੱਚ ਛਾਪੀ ਹੈਗੀ ਆ। 3 ਕੁਆਟਰ ਜਿਹੜੇ ਅਮਰੀਕਨਸ ਆ ਉਹਨਾਂ ਨੇ ਇਹ ਕਿਹਾ ਵੀ 75% ਮੰਨ ਲਓ ਇਹ ਕਹਿ ਰਿਹਾ ਵੀ ਸਾਡੀ ਤਾਂ ਜਿਹੜੀ ਇਨਕਮ ਆ ਉਹ ਇਨਫਲੇਸ਼ਨ ਦੇ ਨਾਲ ਕੀਪੇ ਨਹੀਂ ਹੋ ਰਹੀ ਤੇ ਕਿਉਂਕਿ ਇੰਨੀ ਜ਼ਿਆਦਾ ਮਹਿੰਗਾਈ ਹੋ ਗਈ ਆ ਤੇ ਉਹਦੇ ਨਾਲ ਸਾਡੇ ਕੋਲ ਜਿਹੜਾ ਖਰਚ ਕਰਨ ਦੇ ਲਈ ਉਨੇ ਪੈਸੇ ਹੈ ਨਹੀਂ। ਸੋ ਇਨਫਲੇਸ਼ਨ ਜਿਹੜੀ ਆ ਬਹੁਤ ਜ਼ਿਆਦਾ ਵਧੀ ਹੋਈ ਹੈਗੀ ਆ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਇੱਕ ਕੁਇਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਜਾਂਦੇ ਜਾਂਦੇ ਫਿਰ ਮਾਰਾਂਗੇ ਨਜ਼ਰ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ ਉਹ ਤੋਂ ਪਹਿਲਾਂ ਇੱਕ ਜ਼ਰੂਰ ਮੈਂ ਅਨਾਉਂਸਮੈਂਟ ਕਰਨੀ ਆ ਵੀ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਆ ਵੀ ਹੁਣ ਜਿਹੜਾ ਲਾਰੈਂਸ ਬਿਸ਼ਨੋਈ ਜਾਂ ਹੋਰ ਉਹਨਾਂ ਨੂੰ ਇੰਡਾਈਟ ਕਰਨ ਤੋਂ ਬਾਅਦ ਅਮਰੀਕਾ ਵਾਲੇ ਉਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ, ਡਿਮਾਂਡ ਵੀ ਕਰ ਦਿੱਤੀ ਆ। ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ ਸਾਰੇ ਹੀ ਜਿਹੜੇ ਆਪਣੇ ਲੋਕ ਆ ਉਹਨਾਂ ਨੂੰ ਐਕਟਿਵ ਹੋਣਾ ਚਾਹੀਦਾ, ਕਿਉਂਕਿ ਇੰਡੀਆ ਦੀ ਸਰਕਾਰ ਜਾਂ ਉਹਨਾਂ ਦੇ ਜਿਹੜੇ ਕਈ ਜਿਹੜਾ ਗੌਰਵਾਰੀਆ ਵਰਗੇ ਜਿਹੜੇ ਬੰਦੇ ਸੀ ਪਹਿਲਾਂ, ਉਹਨੂੰ ਜਿਹੜਾ ਉਹਨਾਂ ਨੇ ਇੱਕ ਤਰ੍ਹਾਂ ਨਾਲ ਰੱਬ ਬਣਾਇਆ ਸੀ, ਹੁਣ ਕਹੀ ਜਾਂਦੇ ਆ ਵੀ ਨਹੀਂ ਜੀ ਇਹ ਤਾਂ ਖਾਲਿਸਤਾਨੀ ਆ। ਬਲਵੰਤ ਸਿੰਘ ਰਾਜੋਆਣੇ ਇਹਨਾਂ ਫੋਟੋਆਂ ਲਾ ਕੇ ਉਹਦੀਆਂ ਜਿਹੜੀਆਂ ਸ਼ੇਅਰ ਕਰ ਰਹੇ ਆ। ਉਸ ਸੰਬੰਧ ਦੇ ਵਿੱਚ ਕੱਲ ਨੂੰ 14 ਜੁਲਾਈ ਨੂੰ ਜਾਣੀ ਕਿ 14 ਜੁਲਾਈ ਨੂੰ 12 ਤੋਂ 2 ਵਜੇ ਇੰਡੀਆਜ਼ ਟਰਾਂਸਨੈਸ਼ਨਲ ਰਿਪਰੈਸ਼ਨ ਇੰਪਲੀਕੇਸ਼ਨ ਫॉर US ਨੈਸ਼ਨਲ ਸਿਕਿਉਰਿਟੀ, ਇਹਦੇ ਉੱਤੇ ਜਿਹੜੀ ਇੱਕ ਤਰ੍ਹਾਂ ਨਾਲ ਹੀਅਰਿੰਗ ਹੋਣੀ ਆ, ਜਿੱਥੇ ਰਿਪਰੈਜ਼ੈਂਟੇਟਿਵ ਜਿਮ ਮਕੌਰਗਨ ਜੋ ਹੈਗੇ ਆ ਕੋ-ਚੇਅਰ ਆ, ਐਲੀਸਨ ਮੈਕਮੈਨਸ ਇਹ ਨੈਸ਼ਨਲ ਸਿਕਿਉਰਿਟੀ ਦੇ ਹੈਗੇ ਆ, ਇਸੇ ਤਰ੍ਹਾਂ ਕੈਟੀ ਲਾਰੋਕ ਜੋ ਪਾਲਿਸੀ ਡਾਇਰੈਕਟਰ ਆ, ਤੇ ਹੋਰ ਉੱਥੇ ਹਾਜ਼ਰ ਹੋਣਗੇ ਸਟੀਫਨ ਸ਼ਨੈਕ ਐਕਸ-ਚੇਅਰ US CIRF, ਡੈਨੀਅਲ ਸਟੈਂਟਨ ਫਾਰਮਰ ਸੀਨੀਅਰ ਇੰਟੈਲੀਜੈਂਸ ਆਫੀਸਰ ਸੀਸਸ, ਪੀਟਰ ਫਰੈਡਰਿਚ ਇਹ ਆਥਰ ਤੇ ਇਨਵੈਸਟੀਗੇਟ ਜਰਨਲਿਸਟ ਆ, ਤੇ ਹਰਜੋਤ ਸਿੰਘ ਫੈਡਰਲ ਪਾਲਿਸੀ ਮੈਨੇਜਰ ਹੈ ਸਿੱਖ ਕੋਲੀਸ਼ਨ ਤੋਂ, ਲਵਲੀਨ ਕੌਰ ਮਧਾਰ ਇਹ ਵੀ ਪਾਲਿਸੀ ਜਿਹੜੇ ਹੈਗੇ ਆ ਐਸੋਸੀਏਟ ਆ, ਰਸ਼ੀਦਾ ਟਾਈਲਰ ਐਗਜ਼ੀਕਿਊਟਿਵ ਡਾਇਰੈਕਟਰ, ਤੇ ਰੀਆ ਚੱਕਰਾਵਰਤੀ ਇਹ ਵੀ ਜਿਹੜੇ ਸੀਨੀਅਰ ਪਾਲਿਸੀ ਡਾਇਰੈਕਟਰ ਹੈਗੇ ਆ, ਇਹ ਉੱਥੇ ਹਾਜ਼ਰੀ ਭਰਨਗੇ। ਸੋ ਵਾਸ਼ਿੰਗਟਨ DC ਏਰੀਏ ਦੇ ਵਿੱਚ ਜੇ ਆਪਣੇ ਜਿਹੜੇ ਸਰੋਤੇ ਸੁਣ ਰਹੇ ਆ ਉੱਥੇ ਕੱਲ ਨੂੰ ਜੇ ਤੁਸੀਂ ਹਾਜ਼ਰੀ ਦੇ ਸਕਦੇ ਆ, ਬਿਲਕੁਲ 12 ਤੋਂ 2 ਵਜੇ 240 ਕੈਨੀਅਨ ਹੌਬ, ਇਹ ਹੈਗਾ 27 ਇੰਡੀਪੈਂਡੈਂਸ ਐਵਨਿਊ SC ਵਾਸ਼ਿੰਗਟਨ DC ਦੇ ਵਿੱਚ ਹੋਣਾ ਹੈਗਾ ਆ 12 ਤੋਂ ਲੈ ਕੇ 2 ਵਜੇ ਦੇ ਵਿੱਚ। ਉੱਥੇ ਜ਼ਰੂਰ ਹਾਜ਼ਰੀ ਭਰੋ ਜੀ ਬਿਲਕੁਲ। ਸੋ ਵੱਧ ਤੋਂ ਵੱਧ ਹਾਜ਼ਰੀ ਜਿਹੜੀਆਂ ਉਹ ਭਰੋ ਤੇ ਫਿਰ ਪਤਾ ਲੱਗੇ ਵੀ ਕੀ ਕੁਛ ਜਿਹੜਾ ਇਸ ਦੇ ਵਿੱਚ ਅੱਗੇ ਚੱਲ ਰਿਹਾ ਹੈ। ਇੱਥੇ ਇੱਕ ਟਿੱਪਣੀ ਮੈਂ ਕਰਦਾ ਹੋਇਆ ਜਾਊਂਗਾ, ਫਿਰ ਆਪਾਂ ਅਗਲੀ ਖਬਰ ਵੱਲ ਵਧਦੇ ਹਾਂ। ਰੋਹਨਾ ਜਿਹੜਾ ਕਿ ਇੱਥੇ ਫਲਸਤੀਨ ਦੇ ਵਿੱਚ ਗਿਆ ਆ, ਉਹਨੇ ਕਿਹਾ ਵੀ ਮੈਨੂੰ IDF ਵਾਲਿਆਂ ਨੇ ਬੰਦੂਕ ਦੀ ਨੋਕ ਦੇ ਉੱਤੇ ਬੰਨ ਕੇ ਜਿਹੜਾ ਉਹ ਰੱਖਿਆ। ਇਜ਼ਰਾਈਲ ਦੇ ਦੁਆਰਾ ਜੋ ਇਨਹਿਊਮੇਨ ਕਰ ਰਹੇ ਆ ਉਹਦੇ ਉਲਟ ਤਾਂ ਉਹ ਬੋਲ ਰਿਹਾ ਆ। ਤੇ JSA ਕੌਕਸ ਦਾ ਬੰਦਾ ਹੈ, ਇੰਡੀਅਨ ਕੌਕਸ ਦਾ, ਸਮੋਸਾ ਕੌਕਸ ਵੀ ਇਸ ਨੂੰ ਜਿਹੜੇ ਕਈ ਕਹਿ ਦਿੰਦੇ ਆ, ਉਹ ਹੁਣ ਕਿਉਂ ਨਹੀਂ ਬੋਲ ਰਿਹਾ? ਜਿਹੜਾ ਭਾਰਤ ਦੇ ਦੁਆਰਾ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਉਹ ਹੋ ਰਿਹਾ ਆ, ਉੱਥੇ ਇਹਦੀ ਬੋਲਤੀ ਕਿਉਂ ਜਿਹੜੀ ਉਹ ਬੰਦ ਆ? ਇੰਡਾਈਟਮੈਂਟਸ ਸਾਹਮਣੇ ਆ, ਨਿਖਲ ਗੁਪਤੇ ਵਾਲਾ ਮਾਮਲਾ ਸਾਹਮਣੇ ਆ, ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਸੀ, ਇੱਥੇ ਇਹਨਾਂ ਦੀ ਚੁੱਪੀ ਕਿਉਂ ਆ? ਜਿਹੜੇ ਬੇਰੀ ਵਾਲੇ ਕੁਛ ਜਿਹੜੇ ਉਹਦੇ ਕਲੋਜ਼ ਹੈਗੇ ਆ, ਜਾਂ ਹੋਰ ਵੀ ਜਿਹੜੇ ਕੋਈ ਪੰਜਾਬੀ ਉਹਦੇ ਕਲੋਜ਼ ਆ, ਉਹ ਵੀ ਜਿਹੜਾ ਮਾੜਾ ਜਿਹਾ ਉਹਦੇ ਕੰਨ ਦੇ ਵਿੱਚ ਦੱਸਣ ਉਹਨੂੰ ਵੀ ਭਾਈ ਇਹਦੇ ਤੇ ਵੀ ਕੋਈ ਬਿਆਨ ਵੀ ਹੁੰਦੇ। ਕੀ ਗੱਲ ਸਿੱਖ ਅਮਰੀਕਨ ਲਾਈਫ ਨਹੀਂ ਆ? ਕੀ ਉਹ ਮੈਟਰ ਨਹੀਂ ਕਰਦੀ? ਕੀ ਉਹਨਾਂ ਦਾ ਕੋਈ ਫਰਕ ਨਹੀਂ ਜਿਹੜਾ ਉਹ ਪੈਂਦਾ? ਜਿਹੜੀ ਐਡੀ ਵੱਡੀਆਂ ਇੰਡਾਈਟਮੈਂਟ ਭਾਰਤ ਦੀਆਂ ਜੇਲ੍ਹਾਂ ਤੋਂ ਚਲਾ ਰਹੇ ਗੈਂਗਸਟਰਸ ਆ ਉਹਨਾਂ ਬਾਰੇ ਆ ਰਹੀਆਂ ਭਾਰਤ ਦੀ ਸਰਕਾਰ ਦੀ ਸ਼ਹਿ ਦੇ ਉੱਤੇ, ਉੱਥੇ ਕਿਉਂ ਚੁੱਪ ਆ? ਕੀ ਇਹ ਹਿਊਮਨ ਰਾਈਟ ਨਹੀਂ ਹੈਗੇ? ਕੀ ਗੱਲ ਸਿੱਖਾਂ ਦੇ ਰਾਈਟ ਹਿਊਮਨ ਰਾਈਟ ਨਹੀਂ ਆ? ਇਹਦੇ ਤੇ ਚੁੱਪੀ ਕਿਉਂ ਹੈ ਇਸ ਦੀ ਜਿਹੜੀ ਉਹ ਉਹਨੇ ਧਾਰੀ ਹੋਈ ਹੈਗੀ? ਸੋ ਇਹ ਵੀ ਜਿਹੜਾ ਸਵਾਲ ਆ ਅਜਿਹੇ ਕਾਂਗਰਸਮੈਨ ਨੂੰ ਪੁੱਛਣ ਦੀ ਜਿਹੜੀ ਉਹ ਜ਼ਰੂਰਤ ਨਾਲ ਦੇ ਨਾਲ ਜਿਹੜੀ ਉਹ ਹੈਗੀ ਆ। ਪਰ ਇਵੈਂਚੁਅਲੀ ਤੁਸੀਂ ਦੇਖਿਓ ਹਰਜੋਤ ਸਿੰਘ ਜੀ, ਅਜਿਹੇ ਕਾਂਗਰਸਮੈਨ, ਅਜਿਹੇ ਜਿਹੜੇ ਲੀਡਰਸ ਆ, ਉਹਨਾਂ ਨੇ ਭਾਰਤ ਨੂੰ ਸਗੋਂ ਇਸ ਦੇ ਵਿੱਚੋਂ ਛਡਾਉਣ ਦੀਆਂ ਕੋਸ਼ਿਸ਼ਾਂ ਕਰਨੀਆਂ ਆ। ਉਹ ਅੰਦਰ ਖਾਤੇ ਇਹੀ ਉਹਨਾਂ ਦੀ ਕੋਸ਼ਿਸ਼ ਚੱਲ ਰਹੀ ਹੋਣੀ ਆ ਵੀ ਇਹਨਾਂ ਨੂੰ ਬਚਾਈਏ ਕਿੱਦਾਂ, ਵੀ ਇਹ ਕਿੱਦਾਂ ਜਿਹੜਾ ਹੋ ਸਕਦਾ। ਕਿਉਂਕਿ ਲੇਟਲੀ ਜਦ ਲਾਸਟ ਟਾਈਮ ਇਹ ਜਾ ਕੇ ਆਇਆ ਸੀ ਭਾਰਤ ਦੇ ਵਿੱਚ, ਤੇ RSS ਵਾਲਿਆਂ ਦੇ ਜਿਹੜੇ ਲੀਡਰਾਂ ਦੇ ਨਾਲ ਇਹਨੇ ਮੁਲਾਕਾਤ ਕਰਕੇ ਆਇਆ ਸੀ ਉਦੋਂ ਉੱਥੇ। ਸੇਮ ਜਿਸ ਤਰੀਕੇ ਦੇ ਨਾਲ ਜਿਹੜੀ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਵਾਲੀ ਪਹਿਲਾਂ ਰਹੀ ਆ ਤੁਲਸੀ ਗਾਬੜ, ਉਹ ਵੀ ਉਹਨਾਂ ਦੇ ਨਾਲ ਉਹਦੀਆਂ ਜਿਹੜੀਆਂ ਸੰਬੰਧ ਤੇ ਮੀਟਿੰਗਸ ਜਿਹੜੀਆਂ ਉਹ ਹੋਈਆਂ ਹੈਗੀਆਂ ਸੀਗੀਆਂ। ਸੋ ਇਹ ਵੀ ਸਵਾਲ ਜਿਹੜਾ ਰੋਕ ਖੰਨਾ ਨੂੰ ਜ਼ਰੂਰ ਪੁੱਛਣ ਦੀ ਜਿਹੜੀ ਉਹ ਜ਼ਰੂਰਤ ਆ। ਹੁਣ ਵੀ ਧੰਨਵਾਦ ਤੇਰਾ ਵੀ ਜਿਹੜਾ ਤੂੰ ਜੋ ਗਾਜ਼ਾ ਦੇ ਵਿੱਚ ਹੋ ਰਿਹਾ ਉਹਦੇ ਤੇ ਚਾਨਣਾ ਪਾ ਰਿਹਾ ਆ, ਪਰ ਇੱਧਰ ਵੀ ਜਿਹੜਾ ਧਿਆਨ ਦਿਓ ਵੀ ਇੱਥੇ ਜੋ ਅਤਿਆਚਾਰ ਭਾਰਤ ਦੀ ਸਰਕਾਰ ਕਰ ਰਹੀ ਹੈ ਇਹਦੇ ਉਲਟ ਵੀ ਜਿਹੜਾ ਬੋਲਣ ਦਾ ਮਾੜਾ ਮੋਟਾ ਮਾਦਾ ਜਿਹੜਾ ਉਹ ਰੱਖਿਆ ਜਿਹੜਾ ਉਹਨਾਂ ਦੇ ਕੋਲੋਂ ਜਾਵੇ। ਦੇਖੋ ਇਹ 5-6 ਮੈਂਬਰ ਹੈਗੇ ਆ ਕਾਂਗਰਸਮੈਨ ਜਿਹੜੇ ਭਾਰਤੀ ਮੂਲ ਦੇ ਆ, ਤੇ ਇਹਨਾਂ ਨੇ ਸਟੇਟਮੈਂਟ ਜਾਰੀ ਕੀਤੀਆਂ ਸੀ ਜਦੋਂ ਮੰਦਰਾਂ ਦੇ
ਬਾਹਰ ਇੱਥੇ ਅਮਰੀਕਾ 'ਚ ਕਈ ਮੰਦਰਾਂ 'ਤੇ ਗ੍ਰੈਫਿਟੀ ਲਿਖੀ ਗਈ ਸੀ। ਆਪਾਂ ਸਾਰਿਆਂ ਨੂੰ ਪਤਾ ਹੈ ਵੀ ਸਿੱਖ ਕਦੇ ਵੀ ਕਿਸੇ ਵੀ ਧਾਰਮਿਕ ਜਗ੍ਹਾ ਦੇ ਉੱਤੇ ਇਦਾਂ ਦਾ ਕੰਮ ਨਹੀਂ ਕਰਦੇ। ਤੇ ਇਹਨਾਂ ਨੇ ਸਟੇਟਮੈਂਟਾਂ ਦਿੱਤੀਆਂ ਸੀ। ਹੁਣ ਤੁਹਾਡੇ ਸਾਹਮਣੇ ਪ੍ਰੂਫ ਆ ਗਿਆ ਕਿ ਇੰਡੀਆ ਦੇ ਜਿਹੜੇ ਅੱਤਵਾਦੀ ਆ ਅਮਰੀਕਨ ਸਿਟੀਜ਼ਨ ਨੂੰ ਕਿਸ ਤਰ੍ਹਾਂ ਉਹਨਾਂ ਤੋਂ ਫਰੌਤੀਆਂ ਮੰਗ ਰਹੇ ਆ, ਕਿਸ ਤਰ੍ਹਾਂ ਉਹਨਾਂ ਨੂੰ ਕਤਲ ਕਰ ਰਹੇ ਆ, ਤੇ ਹੁਣ ਇਹਨਾਂ ਦੀ ਸਟੇਟਮੈਂਟ ਜ਼ਰੂਰ ਬਿਲਕੁਲ ਜਾਰੀ ਹੋਣੀ ਚਾਹੀਦੀ ਆ। ਜੀ ਬਿਲਕੁਲ। ਤੇ ਜਾਂਦੇ ਜਾਂਦੇ ਹਰਜੋਤ ਸਿੰਘ ਜੀ ਆਰਟ ਕੈਂਪ ਬਾਰੇ ਜਿਹੜਾ ਉਹ ਦੱਸਦੇ ਜਾਈਏ। ਆਰਟ ਕੈਂਪ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ, ਪਿਛਲੇ ਸਾਲ ਆਪਣੀ ਜਿਹੜੀ ਉਹ ਵਿੱਚ ਮਿਸ ਸੀਗਾ, ਪਰ ਉਸ ਤੋਂ ਪਿਛਲੇ ਕਈ ਸਾਲ ਲਗਾਤਾਰ ਸਵਰਗਵਾਸੀ ਜਿਹੜੇ ਆਰਟਿਸਟ ਜਰਨੈਲ ਸਿੰਘ, ਜਿਨ੍ਹਾਂ ਦਾ ਬੀਤੇ ਕੁਛ ਸਮਾਂ ਪਹਿਲਾਂ ਦੇਹਾਂਤ ਜਿਹੜਾ ਉਹ ਹੋ ਗਿਆ ਸੀਗਾ, ਉਹਨਾਂ ਦੇ ਦੁਆਰਾ ਉਹ ਜਿਹੜਾ ਆਰਟ ਕੈਂਪ ਸ਼ੁਰੂ ਕੀਤਾ ਗਿਆ ਸੀ। ਫਿਰ ਆਪਣੇ ਕੋਲ ਕੈਨੇਡਾ ਦੇ ਜਿਹੜੇ ਆਰਟਿਸਟ ਆ ਪਰਮ ਸਿੰਘ, ਉਹਨਾਂ ਨੇ ਕਈ ਸਾਲ ਆ ਕੇ ਆਪਣੀ ਜਿਹੜਾ ਆਰਟ ਕੈਂਪ ਲਗਾਇਆ। ਇੱਕ ਵਾਰੀ ਆਪਣੇ ਕੋਲ ਸੁਖਪ੍ਰੀਤ ਸਿੰਘ ਜੋ ਕਿ ਪੰਜਾਬ ਤੋਂ ਲੁਧਿਆਣੇ ਤੋਂ ਆਏ ਸੀ, ਉਹਨਾਂ ਨੇ ਆਰਟ ਕੈਂਪ ਲਾਇਆ। ਤੇ ਇਸ ਸਾਲ 3 ਅਗਸਤ ਤੋਂ 8 ਅਗਸਤ ਤੱਕ ਜਿਹੜਾ ਆਰਟ ਕੈਂਪ ਆ ਉਹ ਲੱਗਣ ਜਾ ਰਿਹਾ ਆ। ਪੇਂਟਿੰਗ, ਸੂਖਮ ਕਲਾ, ਫਾਈਨ ਆਰਟਸ ਨੂੰ ਲੈ ਕੇ ਜਿਹੜੀ ਆ ਉਹਦੇ ਵਿੱਚ ਸਿਖਲਾਈ ਜਿਹੜੀ ਹੋਵੇਗੀ। ਜੇ ਬੱਚਾ ਤੁਹਾਡਾ 5 ਸਾਲ ਤੋਂ ਲੈ ਕੇ 18 ਸਾਲ ਦੀ ਉਮਰ ਦੇ ਵਿੱਚ ਹੈਗਾ ਆ, ਤੇ ਇਹ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਤੁਸੀਂ ਵੀ ਦੇਖ ਰਹੇ ਆ ਵੀ ਉਹ ਵੀ ਕੁਛ ਵਧੀਆ ਚੀਜ਼ ਸਿੱਖੇ, ਕੁਛ ਨਵਾਂ ਜਿਹੜਾ ਉਹ ਸਿੱਖੇ, ਤੇ ਜਾਂ ਜਿਹੜੀ ਉਹ ਚੀਜ਼ ਸਿੱਖ ਰਹੇ ਸੀ ਉਸ ਨੂੰ ਅੱਗੇ ਆਪਣੇ ਹੁਨਰ ਨੂੰ ਹੋਰ ਨਿਖਾਰਨ, ਤਾਂ ਤੁਹਾਡੇ ਕੋਲ ਮੌਕਾ ਹੈਗਾ ਆ। ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰ ਸੈਂਟਰ ਦੇ ਸਾਂਝੇ ਉਦਮਾਂ ਦੇ ਸਦਕਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਇਹ ਜਿਹੜਾ ਆਰਟ ਕੈਂਪ ਆ ਉਹ ਲਗਾਇਆ ਜਾ ਰਿਹਾ ਆ। 3 ਅਗਸਤ ਤੋਂ ਲੈ ਕੇ 8 ਅਗਸਤ ਤੱਕ 5 ਦਿਨ ਕਲਾਸਾਂ ਹੋਣਗੀਆਂ। 8 ਅਗਸਤ ਜਿਹੜਾ ਸ਼ਨੀਚਰ ਵਾਲੇ ਦਿਨ ਆ, ਉਸ ਦਿਨ ਸਰਟੀਫਿਕੇਟ ਦੇ ਜਿਹੜੇ ਆ ਪ੍ਰੋਗਰਾਮ ਹੋਊਗਾ। 2 ਕਲਾਸਾਂ ਹੋਣਗੀਆਂ, ਇੱਕ ਸਵੇਰ ਨੂੰ ਤੇ ਇੱਕ ਦੁਪਹਿਰ ਨੂੰ। ਸਵੇਰੇ 10 ਤੋਂ 12 ਵਜੇ ਤੱਕ ਕਲਾਸ ਜਿਹੜੀ ਹੋਊਗੀ। ਤੁਸੀਂ ਕਹਿ ਸਕਦੇ ਆ ਵੀ 11 ਸਾਲ ਤੱਕ ਦੀ, 10-11 ਸਾਲ ਤੱਕ ਦੀ ਉਮਰ ਤੱਕ ਦੇ ਜਿਹੜੇ ਬੱਚਿਆਂ ਦਾ ਉਹ ਸਵੇਰੇ 10 ਤੋਂ 12 ਵਜੇ ਤੱਕ ਆ। ਤੇ ਫਿਰ ਜਿਹੜਾ ਦੁਪਹਿਰ ਨੂੰ 3 ਤੋਂ 5 ਵਜੇ ਤੱਕ ਜਿਹੜੀ ਦੂਸਰੀ ਕਲਾਸ ਆ, ਜੇ ਉਹ ਵੱਡੀ ਉਮਰ ਦੇ ਜਿਹੜੇ ਥੋੜੇ ਹੈਗੇ ਆ 11-12 ਸਾਲ ਤੋਂ ਉੱਤੇ ਦੇ, ਉਹਨਾਂ ਦੇ ਲਈ ਜਿਹੜਾ ਆ ਉਹ ਕਲਾਸਾਂ 3 ਤੋਂ 5 ਵਜੇ ਤੱਕ ਜਿਹੜੀਆਂ ਹੋਣਗੀਆਂ। ਇਸ ਵਾਰ ਵੀ ਜਿਹੜੇ ਆਪਣੇ ਕੋਲ ਆਰਟਿਸਟ ਪਰਮ ਸਿੰਘ ਜੋ ਕੈਨੇਡਾ ਤੋਂ ਆ, ਉਹ ਇਸ ਦੇ ਵਿੱਚ ਸਿਖਲਾਈ ਜਿਹੜੀ ਉਹ ਦੇਣ ਦੇ ਲਈ, ਪੇਂਟਿੰਗ ਦੇ ਗੁਰ ਸਿਖਾਉਣ ਦੇ ਲਈ ਜਿਹੜੇ ਉਹ ਪਹੁੰਚ ਰਹੇ ਆ। ਸੋ ਤੁਹਾਨੂੰ ਸਭ ਨੂੰ ਬੇਨਤੀ ਆ ਵੀ ਜੇ ਤੁਹਾਡੇ ਬੱਚੇ ਇਸ ਉਮਰ ਵਰਗ ਦੇ ਵਿੱਚ ਹੈਗੇ ਆ ਤੇ ਤੁਸੀਂ ਉਹਨਾਂ ਨੂੰ ਆਰਟ ਦੇ ਨਾਲ ਆਰਟਿਸਟ ਬਣਾਉਣਾ ਜਿਹੜਾ ਉਹ ਚਾਹੁੰਦੇ ਹੋ, ਜਾਂ ਉਹਨਾਂ ਦੀ ਆਰਟ ਦੇ ਵਿੱਚ ਰੁਚੀ ਹੈਗੀ ਆ, ਤਾਂ ਇਹ ਬਹੁਤ ਹੀ ਵਧੀਆ ਇੱਕ ਉਪਰਾਲਾ ਆ, ਇੱਕ ਕੋਸ਼ਿਸ਼ ਆ ਤੇ ਇੱਕ ਮੌਕਾ ਆ, ਤੇ ਤੁਸੀਂ ਇਸ ਦਾ ਫਾਇਦਾ ਜਿਹੜਾ ਉਹ ਚੱਕੋ। ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ, ਜਾਂ 408-722-7698 ਦੇ ਉੱਤੇ ਕਾਲ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਆ। ਸੀਟਸ ਜਿਹੜੀਆਂ ਉਹ ਲਿਮਿਟਡ ਹੁੰਦੀਆਂ ਆ। ਕਾਫੀ ਸੀਟਾਂ ਜਿਹੜੀਆਂ ਉਹ ਭਰ ਚੁੱਕੀਆਂ ਆ। ਜਿਹੜੀਆਂ ਥੋੜੀਆਂ ਰਹਿ ਗਈਆਂ ਸੀਟਾਂ ਨੇ, ਉਹਨਾਂ ਨੂੰ ਜਲਦ ਤੋਂ ਜਲਦ ਜੇ ਤੁਸੀਂ ਆਪਣੀ ਬੁਕਿੰਗ ਇੱਕ ਹਿਸਾਬ ਦੇ ਨਾਲ ਰਜਿਸਟਰ ਕਰਾ ਲਓਗੇ ਤਾਂ ਤੁਹਾਡੇ ਬੱਚਿਆਂ ਦੇ ਲਈ ਜਗ੍ਹਾ ਜਿਹੜੀ ਆ ਇਹਨਾਂ ਕਲਾਸਾਂ ਦੇ ਵਿੱਚ ਪੱਕੀ ਹੋ ਜਾਵੇਗੀ। ਸੋ ਤੁਸੀਂ ਜ਼ਰੂਰ ਕਾਲ ਕਰੋ ਤੇ ਇਸ ਆਰਟ ਕੈਂਪ, ਇਸ ਪੇਂਟਿੰਗ ਕੈਂਪ ਦੇ ਵਿੱਚ ਜਿਹੜਾ ਆ ਉਹ ਤੁਸੀਂ ਹਿੱਸਾ ਜਿਹੜਾ ਉਹ ਲਓ। ਸੂਖਮ ਕਲਾਵਾਂ ਬਹੁਤ ਜ਼ਿਆਦਾ ਜ਼ਰੂਰੀ ਆ, ਇਹ ਆਪਾਂ ਨੂੰ ਗੁਰੂ ਸਾਹਿਬ ਵੀ ਦੱਸ ਕੇ ਗਏ ਆ, ਤੇ ਆਪਾਂ ਆਓ ਉਸ ਦੇ ਉੱਤੇ ਬੱਚਿਆਂ ਨੂੰ ਜਿਹੜਾ ਉਸ ਚੀਜ਼ ਦੇ ਵਿੱਚ ਫੋਕਸ ਕਰੀਏ। ਇਹ ਬੱਚਿਆਂ ਨੂੰ ਬਹੁਤ ਜ਼ਿਆਦਾ ਕ੍ਰੀਏਟਿਵ ਜਿਹੜੀਆਂ ਉਹ ਬਣਾਉਂਦੀਆਂ ਨੇ। ਸੋ 408-722-7698 ਦੇ ਉੱਤੇ। ਸੋ ਆਪਣੇ ਲੋਕਾਂ ਦਾ ਇੰਟਰਸਟ ਬੜਾ ਘੱਟ ਆ, ਪਰ ਇਹ ਆਰਟ ਕੁਦਰਤ ਦੇ ਨਾਲ ਜੋੜਦਾ। ਤੇ ਲੱਕਲੀ ਪਰਮ ਸਿੰਘ ਹੁਣੀ ਉਹ ਆਰਟਿਸਟ ਆ ਜਿਹੜਾ 18ਵੀਂ ਸਦੀ ਦੇ ਵਿੱਚ ਜਿਹੜੇ ਸਿੱਖਾਂ ਦੇ ਕਿਰਦਾਰ ਬਾਰੇ, ਉਹਨਾਂ ਦੀਆਂ ਬਹੁਤ ਸਾਰੀਆਂ ਪੇਂਟਿੰਗਸ ਆ, ਤੁਸੀਂ ਦੇਖੀਆਂ ਹੋਣੀਆਂ, ਬਹੁਤ ਸਾਰੇ ਲੋਕਾਂ ਨੇ ਘਰਾਂ 'ਚ ਵੀ ਲਾਈਆਂ ਆ। ਫਰੀਮੌਂਟ ਗੁਰਦੁਆਰਾ ਸਾਹਿਬ 'ਚ ਬਹੁਤ ਵੱਡੀ ਪੇਂਟਿੰਗ ਆ ਉਹਨਾਂ ਦੀ, ਇੱਕ ਅਕਾਲ ਤਖਤ ਸਾਹਿਬ ਦੇ ਅਟੈਕ ਦੀ। ਸੋ ਹੋਪਫੁਲੀ ਉਹ ਪੇਂਟਿੰਗਸ ਵੀ ਲੈ ਕੇ ਆਉਗੇ, ਉੱਥੇ ਐਗਜ਼ੀਬਿਸ਼ਨ ਵੀ ਲਾਉਗੇ, ਤੇ ਤੁਸੀਂ ਆ ਕੇ ਦੇਖ ਵੀ ਸਕਦੇ ਆ। 5 ਦਿਨ ਦਾ ਬੱਚਿਆਂ ਦਾ ਕੈਂਪ ਆ, ਛੁੱਟੀਆਂ ਹੈਗੀਆਂ, ਤੇ ਨਿਆਣਿਆਂ ਨੂੰ ਆਰਟ ਵੱਲ ਲਾਓ। ਇਹ ਗੋਰੇ ਹੋਰ ਕਿੰਨੇ ਜਿਹੜੇ ਆਰਟ ਵੱਲ ਲਾਉਂਦੇ ਆ, ਲੱਕੀ ਆ, ਤੇ ਬੜੀ ਥੋੜੀ ਜਿਹੀ ਫੀਸ ਰੱਖੀ ਆ, ਫ੍ਰੀ। ਇਹ ਫ੍ਰਿਜ਼ਨੋ ਦੇ ਵਿੱਚ ਲੱਗਣਾ ਹੈ, ਪੰਜਾਬੀ ਕਲਚਰਲ ਸੈਂਟਰ ਤੇ ਪੰਜਾਬੀ ਰੇਡੀਓ USA ਦਾ ਜਿੱਥੇ ਸਟੂਡੀਓ ਹੈਗਾ ਆ। ਤੇ ਨਾਲੇ ਛੁੱਟੀਆਂ ਆਊਟਿੰਗ ਹੋ ਜਾਂਦੀ ਆ ਬਹੁਤ ਵਾਰ ਬੱਚਿਆਂ ਨੂੰ। ਸੋ ਵੱਧ ਤੋਂ ਵੱਧ ਜਿਹੜੇ ਬੱਚੇ ਆ ਉਹਨਾਂ ਨੂੰ ਇਸ ਕੈਂਪ ਦੇ ਨਾਲ ਜੋੜੋ, ਤੇ ਤੁਸੀਂ ਕਾਲ ਕਰਕੇ ਹੁਣੇ ਬੁੱਕ ਕਰਾ ਲਿਓ, ਕਿਉਂਕਿ ਉਹਨਾਂ ਦੇ ਫਿਰ ਜਿਹੜਾ ਸਾਰਾ ਸਮਾਨ ਖਰੀਦਣਾ ਉਸ ਹਿਸਾਬ ਦੇ ਨਾਲ ਹੀ ਜਿਹੜਾ ਖਰੀਦਣਾ ਹੈਗਾ ਆ ਪੇਂਟਿੰਗ ਦੇ ਲਈ, ਜੋ ਵੀ ਪੈਨ, ਪੇਂਟਿੰਗ, ਜੋ ਪੇਪਰ, ਸਭ ਕੁਝ ਹੁੰਦਾ ਹੈਗਾ। ਤੇ ਟੈਲੀਫੋਨ ਨੰਬਰ ਪੰਜਾਬੀ ਰੇਡੀਓ USA ਦਾ 408-272-5200। ਤੇ ਇੱਥੇ ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਜੀ ਬਿਲਕੁਲ ਜੀ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ
ਤੁਹਾਨੂੰ ਸਭ ਨੂੰ ਹੀ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ। ਯੂਐਸ